ਪੰਜੇ ਨੇ ਯੂਕਰੇਨ ਦੇ ਖਿਡਾਰੀ ਨੂੰ ਫਾਈਨਲ ਦੇ ਵਿੱਚ ਹਰਾਇਆ। India got control. I see the nod from the referee. ਤੇ ਇਹ 46th ਵਰਲਡ ਚੈਂਪੀਅਨਸ਼ਿਪ ਸੀਗੀ ਬਲਗੇਰੀਆ 'ਚ ਤੇ ਇਹ ਮੈਂ ਜਿੱਤਿਆ। ਤੁਸੀਂ ਤਾਂ ਮੈਚ 14 ਸਾਲ ਦੇ ਹੋ ਔਰ ਕਦੋਂ ਤੁਸੀਂ ਪੰਜਾ ਲਾਣਾ ਸ਼ੁਰੂ ਕਰ ਦਿੱਤਾ ਕਿ 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਵਰਲਡ मैं ਚੈਂਪੀਅਨਸ਼ਿਪ जब उनकी माला लेके ना ऐसे न्यूज़पेपर में फ़ोटो छपी थी तो मेरे को ऐसा हुआ था कि एक दिन मैं भी फिर बन के आऊँगा तो मेरी भी ऐसे फ़ोटो छपेगी। ਇਹ ਉਹ ਡੋਲਾ ਦਿਖਾਓ ਇੱਕ ਵਾਰ ਫਿਰ। ਕਿੰਨੀ ਮਿਹਨਤ ਕਿੰਨਾ ਜ਼ੋਰ ਜਿਹੜਾ ਮਾਰਨਾ ਪੈਂਦਾ। ਗੇਮ ਖਤਮ ਅਗਲਾ ਮੈਚ ਹਾਂਜੀ। ਜਾਂ 3 ਵਾਰ 2 ਵਾਰ ਹਰਾਣਾ ਤੇ ਹੁੰਦਾ ਹੈ pro ਜਾਂ ਕੋਈ ਪੰਜ- ਇਹਦੀ ਟਾਈਮ ਬਾਉਂਡੇਸ਼ਨ ਹੁੰਦੀ ਹੈ ਕਿੰਨੀ ਦੇਰ ਰੱਖਣਾ ਹੈ ਕੀ ਇਸ ਤਰੀਕੇ ਦੀ ਗੇਮ ਦੇ ਰੂਲ ਕੀ ਨੇ? वो सारे पूछ रहे थे कि यहाँ पर बॉल है कोई या ये क्या है, तो मैंने बताया कि नहीं हमारे ना हेयर होते हैं तो हमारा रिचुअल होता है कि हमें ग्रो करके रखना होता है। और हम बहुत बंदे ये भी कहते हैं कि ऊपर लेवल जाने के लिए स्टेरॉइड लेने पड़ते हैं। ये जब कोई नेचुरली नहीं कर पाता तो वो यही बोलता है। पहले एक मंथ सिर्फ बॉइल्ड चिकन 300 ग्राम 400 ग्राम राइस पूरे दिन में बस ये खाता हूँ। ਬੂਸਟ ਕਿੱਥੋਂ ਮਿਲਦਾ? सिद्धू मूसेवाला ते करण औजला ऑन टॉप। ਕਿਹੜੇ ਗਾਣੇ ਪਸੰਦ ਹੈ? एक माइंडसेट क्रिएट हो गया आजकल के सिखों में कि ये करेंगे ना तो ये होएगा, ये करेंगे। अगर इस उम्र में ये कर भी ਕੂਲ लिया, ਦਿਖਣ ਦੇ ਚੱਕਰ। हाँ जी, कूल दिखने के चक्कर में। ਪਹਿਲਾ ਮੈਚ ਅਗਰ ਜਿੱਤ ਗਿਆ ਹੈ ਇਹਦੇ ਅੰਦਰ ਪਤਾ ਨਹੀਂ ਕੀ ਪਾਵਰ ਆ ਜਾਂਦੀ ਹੈ ਕਿ ਉਸ ਤੋਂ ਬਾਅਦ ਇਹ ਰੁਕਦਾ ਨਹੀਂ ਹੈ। ਔਰ ਸਭ ਤੋਂ ਅੱਛੀ ਗੱਲ ਜਿਹੜੀ ਲੱਗੀ ਹੈ ਕਿ ਟੇਬਲ ਤੇ ਜਾ ਕੇ ਤੇ ਟੇਬਲ ਤੇ ਇਹਦੇ ਸਿਰ ਨਵਾ ਕੇ ਇਹਨੂੰ ਰੱਬ ਨੂੰ ਯਾਦ ਕੀਤਾ ਹੈ। हाँ, दूर मैं जाओ। डैडी कोल गई सी सब तो दस पहले दूर। मैं क्या डैडी आज थोड़ा पुत्र जित गया। Into the hook. India got control. I see the nod from the referee. ਉਹ ਜਿੱਤ ਗਿਆ ਸਾਡਾ ਸ਼ੇਰ, ਮਜ਼ਾ ਆ ਗਿਆ ਹੈ। ਆ ਗਏ ਪੰਜਾਬੀ ਛਾ ਗਏ। ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ, ਤੁਸੀਂ ਦੇਖ ਰਹੇ ਹੋ ਪੰਜਾਬ ਫਸਟ ਵੌਇਸ। ਹੁਣ ਤੱਕ ਤੁਸੀਂ ਜੁਝਾਰ ਸਿੰਘ ਦੇ ਥੱਪੜ ਨੂੰ ਦੇਖਿਆ ਹੋਵੇਗਾ। ਇੱਕ ਥੱਪੜ ਗੋਰੇ ਨੂੰ ਮਾਰਿਆ ਔਰ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ। ਇੱਕ ਹੋਰ ਨੌਜਵਾਨ ਮੁੰਡੇ ਨਾਲ ਰੂਬਰੂ ਕਰਵਾਉਂਦੇ ਆ ਜਿਸ ਨੇ ਪੰਜੇ ਦੇ ਮੁਕਾਬਲੇ ਦੇ ਵਿੱਚ ਦੁਨੀਆ ਦੇ ਵਿੱਚ ਆਪਣਾ ਨਾਂ ਬਣਾਇਆ, ਕੰਪੀਟੀਸ਼ਨ ਜਿੱਤਿਆ, ਰਾਜਵੀਰ ਦਾ। ਰਾਜਵੀਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। जी, किवें हो तुसी? ਇੱਕਦਮ ਵਧੀਆ। ਪਹਿਲਾਂ ਪੰਜਾ ਦਿਖਾਓ ਇਹਦਾ। ਇਸ ਪੰਜੇ ਨੇ ਯੂਕਰੇਨ ਦੇ ਖਿਡਾਰੀ ਨੂੰ ਫਾਈਨਲ ਦੇ ਵਿੱਚ ਹਰਾਇਆ। हाँ जी। ਇਹ ਪਹਿਲਾਂ ਤਾਂ ਦੱਸੋ ਕਿ ਕਿਹੜੀ ਚੈਂਪੀਅਨਸ਼ਿਪ ਤੁਸੀਂ ਕਿੱਥੇ ਖੇਡਣ ਗਏ ਸੀਗੇ? ਤੇ ਇਹ 46th ਵਰਲਡ ਚੈਂਪੀਅਨਸ਼ਿਪ ਸੀਗੀ ਬਲਗੇਰੀਆ 'ਚ ਤੇ ਇਹ ਮੈਂ ਜਿੱਤਿਆ। ਤੇ ਇਹ 27th ਵਰਲਡ ਪੈਰਾ ਆਰਮ ਰੈਸਲਿੰਗ ਚੈਂਪੀਅਨਸ਼ਿਪ ਸੀ ਤੇ 46th ਵਰਲਡ ਆਰਮ ਰੈਸਲਿੰਗ ਚੈਂਪੀਅਨਸ਼ਿਪ ਸੀ। ਇਹ ਐਲਬੇਨਾ 'ਚ ਹੋਈ ਸੀ। ਇਸ ਦੀ ਕੋਈ ਲਿਮਿਟ ਹੁੰਦੀ ਹੈ, ਏਜ ਲਿਮਿਟ ਹੁੰਦੀ ਹੈ? ਤੁਸੀਂ ਤਾਂ ਮੈਚ 14 ਸਾਲ ਦੇ ਹੋ ਔਰ ਕਦੋਂ ਤੁਸੀਂ ਪੰਜਾ ਲਾਣਾ ਸ਼ੁਰੂ ਕਰ ਦਿੱਤਾ ਕਿ 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਵਰਲਡ ਮੈਂ ਚੈਂਪੀਅਨਸ਼ਿਪ ਜਦੋਂ ਜਿੱਤ ਲਈ? 13 ਦਾ ਸੀ ਤੇ ਮੈਂ ਸਟੇਟ ਖੇਡਿਆ ਸੀ ਤੇ ਉਹਦੇ 'ਚ ਮੇਰਾ 골ਡ ਆਇਆ ਸੀ ਤੇ ਵਹੀਂ ਸੇ ਸਟਾਰਟ ਕੀਤਾ था। और ਇਹਦੇ 'ਚ वेट कैटेगरी ਤੇ एज कैटेगरी दोनों ਹੁੰਦੀ ਹੈ। मैं सब जूनियर 70 kg में खेला था तो सारे वेट ਇਹਦੇ 'ਚ ਹੈ। ਹਿੰਦੀ ਪੰਜਾਬੀ ਤੁਸੀਂ ਆਰਾਮ ਨਾਲ ਜਿਹੜੀ ਤੁਹਾਨੂੰ ਭਾਸ਼ਾ ਸੌਖੀ ਲੱਗਦੀ ਹੈ ਤੁਸੀਂ ਗੱਲ ਕਰ ਸਕਦੇ ਹੋ ਕਿਉਂਕਿ ਹਿੰਦੀ ਜ਼ਿਆਦਾ ਕੰਫਰਟੇਬਲ ਹੋ ਤੁਸੀਂ। ਜਦੋਂ ਤੁਸੀਂ ਮੁਕਾਬਲੇ 'ਚ ਗਏ ਤੁਹਾਡੇ ਫਾਦਰ ਤੁਹਾਡੀ ਪ੍ਰੈਕਟਿਸ ਕਰਾਉਂਦੇ ਸੀਗੇ, ਤੁਹਾਨੂੰ ਲੈ ਕੇ ਜਾਂਦੇ ਸੀ, ਲੇਕਿਨ ਪਹਿਲਾਂ ਤੁਸੀਂ क्रिकेटर बनना चाहते सी। क्रिकेट ਤੁਸੀਂ ਬਹੁਤ हाँ खेले। जी, तो आप देख सकते हो जैसे यहाँ पे मैन ऑफ द मैच, ये बेस्ट बैट्समैन ऑफ द सीरीज के अवार्ड्स थे। तो मैंने 8 साल क्रिकेट भी खेडिया सी पर मेरा फ्रैक्चर हो गया था 2023 में। तो उसके बाद मेरे को शौक चढ़ा था जिम वगैरह का। तो बाकी लड़कों को भी देखता था मैं कि हाँ जिम जाते हैं सारे बड़े भैया बाजी सारे जिम जाते हैं, तो मेरा भी मन कर गया, मैंने ऐसी जिम में कदम रख दिया। पापा ने भी मना नहीं करा। फिर उसके बाद सिद्धांत कतूरिया भैया थे, हम मेरे बहुत मतलब खास हैं, तो वो एशियन चैम्पियन बन के आए थे 2023 के एंड में। तो मेरे को और दोस्त ने भी आर्म रेसलिंग टेबल फिर खरीद लिया था। तो एक अचानक सा ना जोश चढ़ गया था कि उनकी माला लेके ना ऐसे न्यूज़पेपर में फ़ोटो छपी थी। तो मेरे को ऐसा हुआ था कि एक दिन मैं भी फिर बन के आऊँगा तो मेरी भी ऐसे फ़ोटो छपेगी और मैं भी ऐसे वेलकम मिलेगी। तो वो थी मेरी मोटिवेशन। वेलकम मिले? हाँ जी। मज़ा आया? हाँ जी। ਪਹਿਲਾਂ ਤਾਂ ਡੋਲਾ ਦਿਖਾਓ ਆਪਣਾ।
ਇਸ ਡੋਲੇ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ? ਇੱਕ ਵਾਰੀ ਕੈਮਰੇ 'ਚ ਪੂਰੀ ਸਾਰੀ ਦੁਨੀਆ ਦੇਖੇ, ਉਹ ਡੋਲਾ ਦਿਖਾਓ ਇੱਕ ਵਾਰ ਫਿਰ। ਕਿੰਨੀ ਮਿਹਨਤ, ਕਿੰਨਾ ਜ਼ੋਰ ਜਿਹੜਾ ਮਾਰਨਾ ਪੈਂਦਾ? ਜਿਮ 'ਚ ਕਿੰਨੀ ਮਿਹਨਤ ਕਰਨੀ ਪੈਂਦੀ? ਕਿੰਨੇ ਘੰਟੇ ਤੁਸੀਂ ਪੂਰੀ ਐਕਸਰਸਾਈਜ਼ ਕਰਦੇ ਹੋ? ਜਿਮ ਦੀ ਤਾਂ 2 ਘੰਟੇ ਹੀ ਐਕਸਰਸਾਈਜ਼ ਹੁੰਦੀ ਹੈ ਤੇ ਜਿਮ ਦੀ ਔਰ ਆर्म रेसलिंग ਦੀ ਐਕਸਰਸਾਈਜ਼ ਬਹੁਤ ਹਾਰਡ ਹੈ। अगर ਤੁਸੀਂ 7-6 करो तो जैसे कल ही मेरे को 2 ब्लैकआउट्स हुए हैं जिम में, क्योंकि हो जाते हैं, क्योंकि तुम जब वर्कआउट कर रहे होते हो तुम अपनी ब्रीथ पे कंट्रोल नहीं रख पाते, ब्रेथ पे। तो कोई भी चीज़ ईजी तो नहीं है, क्योंकि जिसको एवरेज रहना होता है वो रह लेता है नॉर्मली करके, और जिसको ऊपर जाना होता है वो हार्डशिप करके ऊपर पहुंच भी जाता है बहुत ईजीली। तो ये तो नहीं बोलूँगा कि बहुत ईजी होता है ऐसे बनना, क्योंकि अगर ईजी होता तो सारे ही होते फिर। तो हार्डशिप तो हर चीज़ के लिए इम्पोर्टेंट है। और जो भी यूथ आजकल के खासकर सिख मुंडे जो भी गंदी चीज़ों में पढ़ रहे हैं या कुछ कर नहीं रहे, तो उनके लिए भी ये मोटिवेशन बहुत अच्छी है। जैसे जुझार पाजी थे, मैं भी था, तो ऐसे अच्छा लगता है कि अगर हमारी कोई सिख कौम का बंदा इतने ऊपर लेवल पर खासकर इंडिया को रिप्रेजेंट कर रहा है तो बहुत अच्छा लगता है। तो मैं यही कहना चाहूँगा सारी यूथ से कि 1-2 मेडल से तो इंडिया का कुछ भी नहीं होगा। आज खबर आई, अगले साल वही होगा कि एक बंदा पूछेगा 2 बंदे कि पिछले साल मेडल आया था, अच्छा ठीक है, फिर 10 साल बाद सारे भूल जाएंगे। तो अगर 100-200 मेडल आते रहेंगे हर साल तो सबको लगेगा कि हाँ इंडिया आती है, इंडिया आती है। तो ਇਸ ਗੇਮ ਦੇ ਰੂਲ ਕੀ ਨੇ? ਇੱਕ ਵਾਰ ਪੰਜਾ ਜਿਹੜਾ ਜਿੱਤ ਗਿਆ, ਗੇਮ ਖਤਮ, ਅਗਲਾ ਮੈਚ, ਜਾਂ 3 ਵਾਰ 2 ਵਾਰ ਹਰਾਣਾ ਹੁੰਦਾ ਹੈ, ਜਾਂ ਕੋਈ ਇਹਦੀ ਟਾਈਮ ਬਾਉਂਡੇਸ਼ਨ ਹੁੰਦੀ ਹੈ, ਕਿੰਨੀ ਦੇਰ ਰੱਖਣਾ ਹੈ? ਕੀ ਇਸ ਤਰੀਕੇ ਦੀ ਗੇਮ ਦੇ ਰੂਲ ਕੀ ਨੇ? ਹਾਂਜੀ, ਤੇ ਪ੍ਰੋ ਪੰਜਾ 'ਚ 3 ਰਾਊਂਡ ਹੁੰਦੇ ਨੇ ਤੇ 5 ਰਾਊਂਡ ਹੁੰਦੇ ਨੇ, ਤੇ ਤੁਹਾਨੂੰ 3 ਵਾਰ 5 ਵਾਰ ਹਰਾਣਾ ਹੁੰਦਾ ਹੈ? ਤੁਹਾਨੂੰ 2 या 3 बारी। अंडर मैचेस में 2 टाइम्स ओनली, और मेन मैचेस में 3 टाइम्स। पर जो वर्ल्ड होती है और या जो हमारे पाफी इंडिया के कॉम्पिटिशन होस्ट करती है, इन सब में एक ओपोनेंट के साथ आपको 1 राउंड मिलता है। टाइम बाउंडेशन कुछ भी नहीं होती। कुछ स्पेसिफिक रूल्स होते हैं, बेसिक रूल्स की एल्बो नहीं उठनी चाहिए, शोल्डर नहीं टच होना चाहिए, शोल्डर नीचे नहीं जाना टेबल के। तो 2 फाउल का चांस मिलता है, 2 फाउल पे बंदा लूज कर देता है मैच। तो ये रूल्स होते हैं। ਤੁਸੀਂ ਕਿਹੜੀ ਕੰਟਰੀ ਦੇ ਜਿਹੜੇ ਖਿਡਾਰੀ ਸੀ ਜਿਹੜੇ ਤੁਸੀਂ ਖੇਡੇ? ਕਿੰਨੇ ਮੈਚ ਤੁਸੀਂ ਖੇਡੇ ਔਰ ਫਾਈਨਲ ਤੱਕ ਕਿਵੇਂ ਪਹੁੰਚੇ? ਪਹਿਲਾਂ ਮੈਂ ਟਰਕੀ ਦੇ ਨਾਲ ਖੇਡਿਆ ਸੀ ਤੇ ਮੈਂ ਜਿੱਤ ਗਿਆ ਸੀ। ਉਸ ਤੋਂ ਬਾਅਦ ਮੈਂ कजाकिस्तान, रशिया, यूक्रेन के साथ सेमीज में, फिर मेरे को पॉज मिल गया था क्योंकि मैं सारे मैच जीता था। तो आर्म रेसलिंग में एक और रूल होता है, अगर आप एक भी मैच हार जाओ तो आप लूजिंग ब्रैकेट में चले जाते हो। वहाँ से आना मुश्किल होता है क्योंकि वहाँ पे तुम्हें बहुत मैचेस खेलने पड़ते हैं सबके साथ, क्योंकि जो हारते हैं वो नीचे जाते हैं। तो मैं जीता था सारे मैच, तो मेरी डायरेक्ट फाइनल्स में एंट्री हो गई थी। और बाई चांस मेरा लक था कि जो बंदे को मैं सेमीज में हराया था वही फाइनल में वापस आ गया था, और उसको मैंने सेम तरीके से हरा दिया था। ਜੁਝਾਰ ਸਿੰਘ ਦਾ ਮੈਂ ਗੱਲਬਾਤ ਕਰ ਰਿਹਾ ਸੀ। ਜੁਝਾਰ ਸਿੰਘ ਨੇ ਕਿਹਾ ਕਿ ਸਾਹਮਣੇ ਵਾਲਾ ਗੋਰਾ ਮੈਨੂੰ ਹਲਕੇ 'ਚ ਲੈ ਰਿਹਾ ਸੀ। ਕਹਿੰਦਾ ਕਿ ਮੈਂ ਉਸ ਦਾ ਫੈਨ ਸੀ, ਮੈਂ ਉਹਨੂੰ ਮਿਲਣ ਗਿਆ, ਉਹਨੇ ਮੇਰਾ ਮਜ਼ਾਕ ਉਡਾ ਦਿੱਤਾ, ਮੈਨੂੰ ਗਾਲ ਵੀ ਕੱਢ ਦਿੱਤੀ। ਫਿਰ ਕਹਿੰਦਾ ਮੈਂ ਉਹਨੂੰ ਕਿਹਾ ਕੋਈ ਨਹੀਂ, ਕੱਲ ਤੈਨੂੰ ਦੇਖਾਂਗਾ। ਤੁਸੀਂ ਸਿੰਘ ਸਾਹਿਬ ਜਦੋਂ ਗਏ ਉੱਥੇ, ਕਿਸ ਤਰੀਕੇ ਦਾ ਮਾਹੌਲ ਸੀਗਾ? ਕੋਈ ਲਾਈਟਲੀ ਲੈ ਰਹੇ ਸੀ ਜਾਂ ਡਰ ਸੀਗਾ ਕਿ ਯਾਰ ਆ ਤਾਂ ਆ ਗਿਆ ਮੁੰਡਾ, ਪੰਜਾਬੀ ਮੁੰਡਾ ਆ ਗਿਆ? किस तरीके खिडारी किवें तुहानू डील कर रहे थे? उधर तो माहौल नॉर्मल ही रहता है, क्योंकि ये स्पोर्ट कोई भी दुश्मनी का स्पोर्ट नहीं है। यहाँ पर जिसमें ईगो है वो हारता ही हारता है। तो इसलिए जब मैं उधर गया, फॉरनर ने सिख तो देखा नहीं था, वहाँ पर सिख ही नहीं थे बल्गेरिया में, तो वो ना यहाँ पर स्टेयर करे जा रहे थे। पर फिर जब 2-3 दिन हुए उधर मेरे को रहते हुए तो कंफर्टेबल हो गए सारे। पर उधर का मैं एक चीज़ बोलना चाहूँगा कि बहुत बंदे ऐसे बोलते हैं कि बाहर इंडियंस को ऐसे बोलते हैं, ऐसी ज़्यादा बात नहीं होती। वो भी इंडियंस को नॉर्मल ह्यूमन बींग्स की तरह ही लेते हैं, बल्कि जितना यहाँ पर ऐसे है कि कास्ट पे, यहाँ पे, इस पे, वहाँ पर ऐसा कुछ भी नहीं है। गार्बेज कैरेक्टर भी एक ही जगह पे रह रहा है और एक बिजनेसमैन भी एक ही जगह पे रह रहा है, और दोनों की आपस में बात हो रही है। मैं उधर गया, मेरे को बहुत रिस्पेक्ट मिली, और खासकर जब मैं फाइनल जीता तो एक उधर कजाकिस्तान का लड़का था, 5 टाइम वर्ल्ड चैम्पियन, तो उन्होंने तक मेरे को आके खुद कांग्रेट्स बोला गूगल ट्रांसलेट से, क्योंकि लैंग्वेज बैरियर है बहुत गंदा। तो उधर तो सारे पोलाइट ही थे और अच्छा माहौल था स्पोर्ट्समैनशिप का पूरा। क्योंकि ਤੁਸੀਂ ਸਿਰ ਤੇ ਰੁਮਾਲਾ ਬੰਨਿਆ ਸੀ, ਪਟਕਾ ਬੰਨਿਆ ਸੀ, ਉਸ ਨੂੰ ਲੈ ਕੇ ਕੋਈ ਦੇਖ ਰਹੇ ਸੀ ਅਲੱਗ ਤਰੀਕੇ ਨਾਲ, हैरान हो रहे सी? हाँ जी। पूछा किसी ने कि की मतलब है, की है? वो सारे पूछ रहे थे कि यहाँ पर बॉल है कोई या ये क्या है, तो मैंने बताया कि नहीं, हमारे ना हेयर होते हैं, तो हमारा रिचुअल होता है कि हमें ग्रो करके रखना होता है और हम इसको ट्रिम नहीं करवाते। कि ਉਹਨਾਂ ਦਾ ਕੀ रिएक्शन सी? तो सारे कंफ्यूज हो गए थे, क्योंकि वहाँ पर मोस्ट ऑफ देम आर मुस्लिम, तो
वो कैप वियर करके रखते थे, तो वो कंफ्यूज हो गए थे, उनको लगा कि ये कौन सी कैप है, वो ऐसे कैप पूछ रहे। तो फिर मैंने उन्हें पूरा समझाया था एक ग्रुप को, तो फिर उन्होंने आगे समझाया था, तो वो बहुत एक्साइटेड से हो गए थे, कह रहे थे कि हमें भी बांधना है, हमें भी बांधना है, हमें भी बांधना है, ऐसे ਉਹ ऐसे। ਵੀ ਸਿੰਘ बनना चाहते हाँ जी। ਕਿਉਂਕਿ ਮੈਂ ਇੱਕ ਵਾਰ ਕਿਤੇ ਇੰਟਰਵਿਊ ਸੁਣ ਰਿਹਾ ਸੀ ਕਿ ਜਦੋਂ ਇੱਕ ਵਾਰ ਹਾਕੀ ਦੀ ਟੀਮ 올림픽 ਖੇਡਣ ਗਈ, ਜ਼ਿਆਦਾਤਰ ਪੰਜਾਬੀ ਮੁੰਡੇ ਸੀ, ਸਰਦਾਰ ਮੁੰਡੇ ਸੀਗੇ, ਤਾਂ ਸਾਹਮਣੇ ਵਾਲੀ ਟੀਮ ਹੈਰਾਨ ਸੀ ਕਿ ਇਹ ਜਿਨ੍ਹਾਂ ਨੇ ਉੱਪਰ ਜੂੜਾ ਕੀਤਾ ਹੋਇਆ ਹੈ, ਸ਼ਾਇਦ ਇਹ ਜ਼ਿਆਦਾ ਖਤਰਨਾਕ ਨੇ, ਇਹ ਸਿੰਬਲ ਹੈ ਕਿਤੇ ਉਸ ਤਰੀਕੇ ਨਾਲ ਤੁਹਾਨੂੰ ਤਾਂ ਨਹੀਂ ਲੈ ਰਹੇ ਸੀ ਇਹ ਤਾਂ ਸਾਰੇ ਮੈਚ ਜਿੱਤੀ ਜਾਂਦਾ ਵਾ, ਇਹ ਕੋਈ ਪਾਵਰ ਹੈ ਜਾਂ ਕੋਈ ਇਸ ਤਰੀਕੇ ਦੇ ਨਾਲ ਹੈ? उन्होंने आज तक कोई सिख देखा ही नहीं था किसी ने भी वहाँ पर जितने भी आर्म रेसलर्स थे उन्होंने देखा ही नहीं था। तो आधे तो अपना बिजनेस माइंड करते, पर आधों के अंदर ना थोड़ा उत्सुक थे सारे कि हाँ ये क्या है, ये क्या है। पर उधर ऐसा कुछ नहीं था, कोई किसी से नहीं डर रहा था उधर क्योंकि वर्ल्ड स्टेज एक नॉर्मल स्टेज नहीं है जहाँ पे तुम नर्वस हो सकते हो। वर्ल्ड स्टेज ऐसा स्टेज है जहाँ पर जाने के लिए ही तुम्हें नर्वस से हटना पड़ता है, अगर तुम नर्वस होगे तुम उधर तक पहुँच ही नहीं सकते। तो वर्ल्ड स्टेज पे ऐसा कुछ नहीं होता, वहाँ पे सारे अब एक, चाहे ओपोनेंट कितनी भी बारी जीता हो, सारे एकदम इक्वल मानते हैं अपने ओपोनेंट को हमसे। ਤੁਹਾਡੇ ਦੋਸਤ ਜਿਹੜੇ ਤੁਹਾਡੇ ਨਾਲ ਕਲਾਸ 'ਚ ਹੋਣਗੇ, ਬਹੁਤ ਸਾਰੇ ਪੰਜਾਬੀ ਮੁੰਡੇ ਦਿੱਲੀ ਦੇ, ਪੰਜਾਬ ਦੇ, ਉਹ ਕੇਸ ਕਤਲ ਕਰ ਲੈਂਦੇ ਆ, ਬੀਅਰਡ ਜਿਹੜੀ ਹੈ ਉਹ ਟ੍ਰਿਮ ਕਰ ਲੈਂਦੇ ਆ, ਪਰ ਤੁਸੀਂ ਗੁਰੂ ਸਿੱਖੀ ਪੂਰੀ ਅਪਣਾਈ, ਉਸ ਬਾਰੇ ਕੁਝ ਦੱਸਣਾ ਚਾਹੋ? तो मैं यही बोलना चाहूँगा, मेरे को पंजाबी नहीं आती अच्छे से, मैं गुरुद्वारे भी रेगुलर नहीं जाता, वीकली में 3-4 दिन तो जाता हूँ एटलीस्ट, जितना मेरे से हो पाता है। और मेरे को पंजाबी भी नहीं आती बिकॉज ऑफ आवर एनवायरनमेंट। आप यही ले लो, मैं जिस स्कूल में था 8 साल 10 साल से, मेरी मम्मा उधर टीचर थी, तो वहाँ पर भी कोई भी लड़का पंजाबी नहीं बोलता था। और जिस स्कूल में मैं पढ़ा हूँ वहाँ पर पूरे स्कूल में सिर्फ 5 सरदार थे, पूरे स्कूल में, बाकी सारे हिंदू। ਪੰਜਾਬੀ ਚੰਗੀ ਲੱਗਦੀ? हाँ जी, ਗੱਲਬਾਤ करनी है, मेरे को सीखनी है, सच में सीखनी है। मैं लाइव भी आता हूँ तो मैं ट्राई करता रहता हूँ कि मैं पंजाबी में बात करूँ, ताकि मेरे को आदत बैठे पंजाबी की। और मैं ये कहना चाहूँगा कि जितने भी सरदार, खासकर ये जो ट्रिम करवा रहे हैं, ये सिर्फ ना 2 साल की चीज़ है। ये जो समझ जाता है ना पहले, वो आगे जाता है, बाकी पीछे रह जाते हैं। ये नशे, वेप, एक वेप चीज़ आ गई है, हुक्का, ये चीज़ें सिर्फ 2 साल अच्छी लगती हैं। जब तुम 14-15 के होगे ना, उस टाइम पे तुम ये कर लोगे, ट्रिम करवा ली लड़कियों के पीछे, ऐसी कूल बनने के लिए ये कर लिया, नशे कर लिए। पर जब आप 17-18 के होगे ना, जब तुम्हारी एज आएगी कि अब कुछ करना है, जब रेज्यूमे जाएगा कहीं पे या कोई पूछेगा, तब ये चीज़ें हर्ट हो जाएगी, यार मैंने क्यों करा, काश मैं भी यहाँ पे होता, या काश मैं भी ऐसा होता। तो ये चीज़ हमारे धर्म के अपोजिट है। और कोई कितना भी बोल ले कि भगवान ये नहीं होते, भगवान, एट द एंड धर्म के बिना कुछ भी नहीं है। सारे धर्मों की रिस्पेक्ट करनी चाहिए और अपने धर्म को खासकर फॉलो करना ही चाहिए। ये कोई मनाही नहीं है कि बाकी धर्म के जैसे। प्राउड फील ਹੁੰਦਾ ਹੈ ਸਿੱਖ ਹੋਣ ਦੇ ਨਾਤੇ? बहुत ज़्यादा, बहुत ज़्यादा। तो मैं एक चीज़ अभी मैं कह रहा हूँ खुले में, अगर मैं हिंदू होता तो मेरे को इतनी वो जो है अब वो नहीं मिलती। क्योंकि जैसे आभास राणा जीता था ना, जब उनको जो डिज़र्व करते थे वो नहीं मिला, जो सच बात है। हमारे तो लाइक जरनैल पाजी हैं, अपने सोनू पाजी हैं, बहुत सारे हैं, तो उन्होंने खासकर इनवाइट करा। तो मेरे को बहुत अच्छा लगा कि हम ऐसे सिख कौम को और ऊपर लेके जा रहे हैं, तो बहुत अच्छा फील होता है कभी कभार। तो ਗੋਰੇ ਨੇ ਜਿੱਤਣ ਤੋਂ ਬਾਅਦ ਕਿਹਾ ਸਿੰਘ ਸਾਹਿਬ ਨੇ ਸਰਦਾਰ ਜੀ? हाँ जी, उधर बहुत रिस्पेक्टफुल बंदे सी ते, उन्हें मैंने गले भी लगाया कि वेल डन, वेल डन। तो उधर तो सारे शौक थे, क्योंकि हमारी जो प्रेसिडेंट है ना एशियन आर्म रेसलिंग फेडरेशन की, प्रीति झांगियानी, एक एक्ट्रेस भी थी, मैम बहुत अच्छी है। तो उनको हमारे जो वाफ फेडरेशन है, वर्ल्ड आर्म रेसलिंग फेडरेशन, उनके हेड ने बोला कि अगर आप हमें 2 या 5 साल पहले कहते ना कि कोई इंडिया का लड़का इन कंट्रीज़ के बीच में गोल्ड मारेगा या मेडल भी मारेगा, तो मैं आपको बोल देता कि ये पॉसिबल ही नहीं है। क्योंकि आर्म रेसलिंग में एक ऐसा माइंडसेट बन रखा है इंडियंस के अंदर कि यार फॉरेनर्स हैं, अब तो हम हार ही जाएंगे, फॉरेनर्स हैं उनका हाथ ऐसे है, फॉरेनर्स है ट्रेनिंग वो ऐसे करना है। एट दिन है तो वो भी इंसान ही है ना। ਪ੍ਰਾਊਡ ਫੀਲ ਹੁੰਦਾ ਹੁਣ ਕਲਾਸ 'ਚ ਜੋ ਤੁਸੀਂ ਜਾਂਦੇ ਹੋਗੇ, ਕਹਿੰਦੇ ਆ ਗਿਆ ਮੁੰਡਾ ਚੈਂਪੀਅਨ, हाँ जी, ਸਰਦਾਰ जी आ गए चैंपियन? मैं ना न्यू स्कूल में ज्वाइन हुआ हूँ, मीरा मॉडल में, बस 3 मंथ्स हुए हैं, 4 मंथ्स। तो जब मैं उधर गया था ना, तो मैंने अपना इंटरव्यू ऐसे दिया कि आई एम 2 टाइम्स नेशनल मेडलिस्ट। तो क्लास में ऑलरेडी ना एक ऑरा क्रिएट हो गया था कि अच्छा ये है। तो उस दिन मैंने 200 से ऊपर बच्चों से पंजे लगाए थे,
क्योंकि सारे ऐसे ट्राई करना चाहते, सारे ऐसे बोल रहे कि 200 ਮੁੰਡਿਆਂ ਨੂੰ ਹਰਾਤਾ। हाँ जी 200 ਮੁੰਡਿਆਂ ਨੂੰ हाँ जी, ਹਰਾਤਾ। हाँ जी ਕੋਈ ਨਹੀਂ ਜਿੱਤਿਆ। नहीं ते सारे ऐसे कह रहे सी कि अच्छा वो है, इसको वो हरा देगा, इसको वो हरा देगा। तो मैं लिटरली पूरे दिन एक एक की क्लास में ही जाता रह गया और मैं ਸਾਰੇ सबसे ਸੀਨੀਅਰ लगाया। जूनियर ਸਾਰੇ ਹਰਾਤੇ। सारे सीनियर्स, Senior सारे जूनियर लगाए। कोई लगाया ही नहीं, सारे सीनियर्स। ਸਾਰੇ ਸੀਨੀਅਰ। जूनियर्स को तो मैं जीत ਕਿਹੜੀ गया ਕਲਾਸ 'ਚ ਸੀ ਤੁਸੀਂ? 9th। ਔਰ 10th 11 ਪਲੱਸ 2 ਸਾਰੇ ਹਰਾਤੇ। हाँ जी। ਇਸ ਦੇ ਲਈ ਕੀ ਖਾਣਾ ਪੀਣਾ ਪੈਂਦਾ ਹੈ? ਡਾਈਟ ਦਾ ਕਿੰਨਾ ਕੁ ਖਿਆਲ ਰੱਖਣਾ ਪੈਂਦਾ ਹੈ? बहुत लोगों को लगता है कि ये स्पोर्ट बहुत इजी है, ऐसा कुछ भी नहीं है। अगर तुम एक हल्का सा भी न्यूट्रिएंट लैक कर रहे होगे ना तो तुम गेम में बहुत पीछे छूट जाओगे। और ये नहीं है कि बिना सप्लीमेंट्स के गेम नहीं है, ऐसा कुछ भी नहीं है। बहुत बंदे ये भी कहते हैं कि ऊपर लेवल जाने के लिए स्टेरॉइड लेने पड़ते हैं। ये जब कोई नेचुरली नहीं कर पाता तो वो यही बोलता है। मान लो अब जो चीज़ मेरे से नहीं हुई वो किसी और ने 1 साल में कर दी तो मैं भी बोलूँगा कि ये स्टेरॉइड लेता है, क्योंकि बोलने में क्या जा रहा है। मैं बोल दूँ किसी को, बस वो भूल जाएगा कि हाँ चलो बोल दिया था। तो सोशल मीडिया एक तो आजकल बहुत खतरनाक चीज़ है। मैं उधर कंटेंट डालता हूँ तो मेरे को हेट ही इस चीज़ पे मिलता है कि तू 14 साल का है नहीं, तू स्टेरॉइड लेता है, ये वो। तो ऐसी चीज़ों को इग्नोर करना पड़ता है। और डाइट की बात रही, जो बंदे ऐसे खुले में बोल देते हैं स्टेरॉइड लेता है, जब मेरी प्रेप चल रही होती है, मम्मा पापा को पता है मेरे को वेट लूज़ करना होता है 7 to 8 kgs अपनी कैटेगरी के लिए। उस टाइम मैं पहले 1 मंथ सिर्फ बॉइल्ड चिकन 300 ग्राम 400 ग्राम राइस पूरे दिन में बस ये खाता हूँ। और जब वेट कट करना होता है लास्ट के 3 डेज में, वाटर बंद, फूड बंद, सिर्फ रनिंग। तो ये स्पोर्ट कोई इजी नहीं है जो तुम ਫਿਰ समझ ਖਾਂਦੇ रहे ਕੀ हो। ਹੋ? ਫੂਡ ਬੰਦ, ਵਾਟਰ ਬੰਦ। 3 दिन कुछ नहीं, 2 दिन। 3 ਦਿਨ ਕੁਝ ਨਹੀਂ, ਖਾਲੀ ਖਾਲੀ ਢਿੱਡ, हाँ ਖਾਲੀ जी, ਕੁਝ ਨਹੀਂ ਖਾਣਾ ਪੀਣਾ। हाँ जी। ਚੱਕਰ ਨਹੀਂ ਆ ਜਾਂਦੇ? आ जाते हैं पर स्पोर्ट के लिए करना ही पड़ता है। ਹਾਂ। हाँ जी ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ, ਗਾਣੇ ਸੁਣਦੇ ਹੋ? हाँ जी। ਬੂਸਟ ਕਿੱਥੋਂ ਮਿਲਦਾ ਹੈ? सिद्धू मूसेवाला ते करण औजला ऑन टॉप। ਕਿਹੜੇ ਗਾਣੇ ਪਸੰਦ ਹੈ ਤੁਹਾਨੂੰ? सिद्धू मूसेवाला दे रैक्स एंड राउंड्स और ब्लड लस्ट हो गया और लेजेंड हो गया और करण औजला के बंदूक हो गया, सिकंदर हो गया, फायर हो गया। तो ऐसे गाने सुनते हैं तो हाइप बनती है एक। ਸੁਣਾਓਗੇ ਕੋਈ ਗਾਣਾ ਜੇ ਸੁਣਾ ਸਕਦੇ ਹੋ? ते सिद्धू का एक गाना है तो उसमें शुरुआत में लिरिक्स है, सिद्धू मूसेवाला देख अग किन्नी नेम चे, जदों तक मैं आया साढ़े बाहर हो गए जेल चे। मतलब कि ना सिद्धू मूसेवाला नाम में ही आ गए और जब तक मैं आया सारे गेम से बाहर चले गए मेरे ਰਾਜੇ आते ਨੂੰ ही। ਨਹੀਂ ਲੱਗਦਾ ਕਿ ਮੇਰੇ ਆਂਦੇ ही सारे बाहर हो गए? हाँ जी। तो ये लिरिक्स बहुत हिट भी कर जाती है। और करण औजला का एक गाना आया है कि मैं डिट्टो कॉपियाँ मेरे पे दी। तो ये मेरे को एक चीज़ बहुत हिट होती है क्योंकि मेरी एज में मेरे पापा भी अगर उस टाइम पे उन्हें प्लेटफॉर्म वो मिलता, ऐसा प्लेटफॉर्म, ये गेम ही नहीं थी तब। तो जितनी मैंने फोटोज देखी और वीडियोस देखी मेरे पापा की, ही वॉज बेटर देन मी एट माई एज एट एवरीथिंग। ਕਰਨ ਦਾ ਇੱਕ ਹੋਰ ਗਾਣਾ ਹੈ ਪੰਜਾਬੀ ਗੱਭਰੂ, ਉਹ ਵੀ ਸੁਣਦੇ ਹੋ? हाँ जी हाँ जी हाँ जी। तो ये नया गाना भी है गबरू, वो भी सुनता हूँ। उस टाइम तो सिर्फ फुल वॉल्यूम पे गाने बज रहे होते हैं। ਤਾਕਤ ਕਿੱਥੋਂ ਮਿਲਦੀ ਹੈ? ਮੋਟੀਵੇਸ਼ਨ ਕਿੱਥੋਂ ਮਿਲਦੀ ਹੈ? पापा और संजय देसवाल सर बस। ਪਾਠ ਕਰਦੇ ਹੋ? हाँ जी कदे कदे गुरुद्वारे च ਜਦੋਂ ਜਾਂਦਾ। ਗੁਰਦੁਆਰੇ ਜਾਂਦੇ ਹੋ? हाँ जी ਤਾਕਤ ਮਿਲਦੀ ਉੱਥੋਂ? हाँ जी। पीसफुल वाइब्स। ताकत एक अलग चीज़ होती है और एक होता है कि माइंड फ्रेश करके आना, कि जितनी भी तुम्हारा सारा स्ट्रेस है कि ये नहीं हो रहा वो नहीं हो रहा, उधर जाके बैठो, पाठ स्टार्ट हुआ, बस भूल जाओगे सब कुछ। आग बंद करके बस गटका पड़ लिया हाथ में। ਕਈ ਮੁੰਡੇ ਕਹਿੰਦੇ ਕਿ ਯਾਰ ਕੇਸ ਨਹੀਂ ਰੱਖਣੇ, ਮੈਂ ਦਸਤਾਰ ਨਹੀਂ ਸਜਾਣੀ। ਤੁਹਾਡੇ ਆਸ-ਪਾਸ ਸਰਕਲ ਚ ਹੋਣਗੇ, ਹੁੱਕੇ ਦਾ ਤੁਸੀਂ ਜ਼ਿਕਰ ਕੀਤਾ, ਹੁੱਕਾ ਪੀਣ ਲੱਗ ਪੈਂਦੇ, ਕੁੜੀਆਂ ਨੂੰ ਕੂਲ ਦਿਖਣ ਦੇ ਚੱਕਰ 'ਚ। ਤੁਸੀਂ ਸਿੱਖੀ ਨਹੀਂ ਛੱਡੀ, ਤੁਸੀਂ ਵੱਡੇ ਹੋ ਕੇ ਪੂਰੀ ਦਸਤਾਰ ਵੀ ਸਜਾਓਗੇ, ਅੱਜ ਤਾਂ ਪਟਕਾ ਬੰਨ ਰਹੇ ਹੋ। ਤਾਂ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਿਸਟਮ ਇਦਾਂ ਦਾ ਆ ਗਿਆ ਹੈ ਕਿ ਦਸਤਾਰ नहीं सजानी? नहीं, सिस्टम तो ऐदा का नहीं आया है। हाँ। तो जो भी लड़के ये कर रहे हैं, मैंने जैसे बताया, ये सिर्फ एक माइंडसेट क्रिएट हो गया आजकल के सिखों में कि ये करेंगे ना तो ये होएगा, ये करेंगे। अगर इस उम्र में ये कर भी लिया, कूल दिखने के चक्कर। हाँ जी, कूल दिखने के चक्कर में, तो बड़े होकर क्या करोगे? जब कोई 20 साल में आपको कोई बंदा पूछेगा कि आपका नाम क्या है, आप बोल रहे हो कि राजवीर सिंह नंदा, नाम में ही दम है, और फिर पूछ रहे हैं कि आप सरदार हो? हाँ जी, बाल किधर है, दस्तार किधर है? फिर क्या करोगे? उस टाइम पे कितना बुरा फील होगा कि काश मैं 15-16 की उम्र में ही ना करता। और अगर हमारे सिक्खी में कोई चीज़ें हैं
ये तो नहीं है कि स्ट्रिक्ट है बहुत कि मुंह छुपाओ, ये करो वो करो, कुछ भी नहीं है। हमें बस अपना केस रखना है, दस्तार सजानी है और पाठ करना, और कुछ भी नहीं करना। ਸਿੰਘ ਸਾਹਿਬ ਕਹਿੰਦੇ ਆਗੇ, ਸਰਦਾਰ ਜੀ ਕਹਿੰਦੇ, हाँ जी, ਕੌਣ ਕਹਿੰਦਾ क्लास से। ਆਗੇ हाँ ਸਰਦਾਰ जी, ਜੀ? हाँ जी, हाँ जी, ਡਰਦੇ ਵੀ ਹੈ? हाँ जी, बहुत ज़्यादा। ਫਾਦਰ Last ਜੀ ਤੇ ਦੇ ਬੜੀ ਮੁੰਡੇ ਪ੍ਰਾਊਡ ਦਾ ਮੂਵਮੈਂਟ ਹੈ ਕਿ ਜਦੋਂ 13-14 ਸਾਲ ਦੀ ਉਮਰ 'ਚ ਮੁੰਡਾ ਜਿੱਤ ਕੇ ਆਵੇ, ਚੈਂਪੀਅਨ ਬਣ ਕੇ ਆਵੇ, ਵਰਲਡ ਚੈਂਪੀਅਨ ਬਣ ਕੇ ਆਵੇ, ਜਿਹੜਾ ਉਹ ਸਟਾਈਲ ਦਿਖਾਇਆ ਸੀ, ਕਿੰਨੀ ਖੁਸ਼ੀ ਹੋਈ ਸੀਗੀ। ਔਰ ਕਿੰਨਾ ਮਤਲਬ ਮੈਨੂੰ ਲੱਗਦਾ ਕਿ ਲੱਡੂ ਵੰਡੇ ਹੋਣੇ ਪੂਰੇ ਇਲਾਕੇ ਦੇ ਵਿੱਚ, ਔਰ ਢੋਲ ਚੱਲਿਆ ਹੋਏਗਾ, ਭੰਗੜਾ ਪਏ ਹੋਣਗੇ ਜਸ਼ਨ ਦੇ। ਪਹਿਲੇ ਤੇ ਤੁਹਾਡੇ ਮੀਡੀਆ ਦੇ ਮਾਦੇ ਥਰੂ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨੋ ਡਾਊਟ ਜੀ ਐਜ਼ ਅ ਫਾਦਰ, ਐਜ਼ ਅ ਫੈਮਿਲੀ ਬੜੀ ਪ੍ਰਾਊਡ ਮੂਵਮੈਂਟ ਸੀ ਜੀ। ਕਦੀ ਇੱਕ ਡ੍ਰੀਮ ਹੁੰਦਾ ਹੈ ਹਰ ਫਾਦਰ ਦਾ ਕਿ ਉਹਦਾ ਬੱਚਾ ਐਵੇਂ ਦਾ ਨਿਕਲੇ, ਤੇ ਲੱਗਦਾ ਸੀ ਬਣੇਗਾ ਕੁਝ, ਪਰ ਇੰਨੀ ਛੋਟੀ ਉਮਰ 'ਚ ਕੁਝ ਹੋਏਗਾ ਤੇ ਇਹ ਤਾਂ ਕਰਿਸ਼ਮਾ ਜੋਗਾ ਹੋ ਗਿਆ ਜੀ। ਕਿਉਂਕਿ ਪਹਿਲੇ ਕ੍ਰਿਕਟ ਖੇਡਦਾ ਰਿਹਾ ਤਾਂ ਉੱਥੇ ਵੀ ਅੱਛੀ ਫੀਲਡ ਵਿੱਚ ਹਰ ਇਹਨੇ ਆਪਣਾ ਨਾਮ ਕਮਾਇਆ। ਫਿਰ 13 ਸਾਲ ਦੀ ਏਜ ਸੀ, ਪਹਿਲੇ ਦਿੱਲੀ ਸਟੇਟ ਚੈਂਪੀਅਨ ਬਣ ਗਏ ਜਨਵਰੀ ਅੰਦਰ, ਤੇ ਜੁਲਾਈ ਅੰਦਰ ਜੂਨ ਦੀ ਗੱਲ ਜੀ, ਅਸੀਂ ਪੂਰੀ ਫੈਮਿਲੀ ਕੈਨੇਡਾ ਗਈ ਸੀ। ਇਹ ਬੱਚਾ ਕੈਨੇਡਾ ਸਾਡੇ ਨਾਲ ਤਾਂ ਨਹੀਂ ਗਿਆ ਕਿ ਮੇਰਾ ਇੱਥੇ ਮੈਂ ਨੈਸ਼ਨਲ ਖੇਡਣਾ ਹੈ, ਮਤਲਬ ਇਹਨੇ ਉਹ ਹੀ ਜਾਣਾ ਛੱਡਤਾ ਕਿ ਆਪਣੀ ਸਪੋਰਟ ਦੇ ਵਿੱਚ ਕਿ ਮੈਂ ਨੈਸ਼ਨਲ ਖੇਡਣ ਜਾ ਰਿਹਾ। ਇਹ ਬੱਚਾ ਇਕੱਲਾ ਵੀ ਆਪਣੀ ਟੀਮ ਦੇ ਨਾਲ ਨੈਸ਼ਨਲ ਖੇਡਣ ਕੈਨੇਡਾ ਗਿਆ ਸੀ, ਉੱਥੇ ਵੀ ਚੈਂਪੀਅਨ ਬਣ ਗਿਆ। ਤੇ ਫਿਰ ਆਟੋਮੈਟਿਕਲੀ ਐਜ਼ ਅ ਸਟੇਟ ਚੈਂਪੀਅਨ, ਐਜ਼ ਅ ਨੈਸ਼ਨਲ ਚੈਂਪੀਅਨ ਦੀ ਸਿਲੈਕਸ਼ਨ ਹੋ ਗਈ ਵਰਲਡ ਚੈਂਪੀਅਨ ਖੇਡਣ ਵਾਸਤੇ। ਫਿਰ ਉੱਥੋਂ ਮੇਲ ਆਈ ਸਾਨੂੰ ਕਿ ਇਹਨੂੰ ਬੱਚੇ ਨੂੰ ਬਾਹਰ ਭੇਜਣਾ, ਯੂਰਪ ਲੈ ਕੇ ਜਾਣਾ ਸੀ, ਲੈ ਜਾਓ ਜੀ। ਤੇ ਉੱਥੇ ਵੀ ਗੋਰਿਆ ਕੇ ਕ੍ਰਿਸ਼ਮਾ ਦਿਖਾਤਾ ਜੀ ਮੁੰਡਿਆਂ ਨੇ ਜੀ। ਚੰਗੀ ਗੱਲ ਇਹ ਵੀ ਹੈ ਕਿ ਸਿੱਖੀ ਸਰੂਪ 'ਚ ਵੀ ਹੈ। ਦਿੱਲੀ 'ਚ ਤਾਂ ਬਹੁਤ ਸਾਰੇ ਮੁੰਡੇ ਜਿੱਦਾਂ ਹੁੱਕੇ ਦਾ ਜ਼ਿਕਰ ਕਰ ਰਹੇ ਸੀ, ਸਿੱਖੀ ਜਿਹੜੀ ਹੈ ਭੁੱਲ ਰਹੇ ਨੇ। ਇਹ ਸਭ ਤੁਹਾਡਾ ਘਰ ਦਾ ਇਨਵਾਇਰਨਮੈਂਟ 'ਤੇ ਫਰਕ ਪੈਂਦਾ ਜੀ। ਤੁਸੀਂ ਆਪਣਾ ਬੱਚਾ ਕਿਸ ਤਰ੍ਹਾਂ ਰੇਸ ਕਰ ਰਹੇ ਹੋ, ਸਭ ਕੁਛ ਹੈਗਾ। ਅਤੇ ਬਾਕੀ ਬਹੁਤ ਅੱਛੀ ਗੱਲ ਹੈ ਜੀ, ਸਾਰੇ ਧਰਮ ਆਪਣੀ ਜਗ੍ਹਾ ਬਹੁਤ ਥਾਂ 'ਤੇ ਚੰਗੇ ਹੈਗੇ ਨੇ, ਅਤੇ ਆਪਣੇ ਧਰਮ ਨੂੰ ਸਪੋਰਟ ਕਰਨਾ, ਉਹਦੇ ਨਾਲ ਚੱਲਣਾ, ਅਤੇ ਹਰ ਬੱਚੇ ਦਾ ਸੁਪਨਾ ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ। ਕਹਿੰਦੇ ਪਿਓ ਨਾਲੋਂ ਵੱਧ ਖੁਸ਼ੀ ਦਾਦੇ ਨੂੰ ਹੁੰਦੀ ਹੈ, ਔਰ ਦਾਦੇ ਦੀ ਖੁਸ਼ੀ ਤਾਂ ਕਹਿੰਦੇ ਕਿ ਰੁਕਦੀ ਨਹੀਂ ਹੈ। ਕਿੰਨੀ ਖੁਸ਼ੀ ਹੈ ਜੋ 13-14 ਸਾਲ ਦਾ ਮੁੰਡਾ ਦੁਨੀਆ 'ਚ ਅੱਜ ਇੰਟਰਵਿਊ ਕਰਨ ਵੀ ਆ ਰਹੇ ਆ, ਸਾਰੇ ਆ ਰਹੇ ਆ। ਮੈਂ ਹਾਲੇ ਵੀ ਐਕਸਪਲੇਨ ਨਹੀਂ ਕਰ ਸਕਦਾ ਕਿ ਉਹ ਟਾਈਮ ਜਿਹੜੇ ਯਾਦ ਆਉਂਦਾ ਨਾ, ਜਿਸ ਵੇਲੇ ਉੱਥੇ ਖੇਡ ਰਿਹਾ ਸੀ ਔਰ ਸਾਡੇ ਅੰਦਰ ਕੀ ਜਾ ਰਿਹਾ ਸੀ, ਅਸੀਂ ਪਿਓ ਪੁੱਤਰ ਕੀ ਆਪਸ ਡਿਸਕਸ ਕਰ ਰਹੇ ਸੀ, ਨਾਲ ਮੇਰੇ ਬਿਟੀਆ ਵੀ ਬੈਠੀ ਸੀ, ਅਤੇ ਅਸੀਂ ਇਹੀਓ ਸੋਚਦੇ ਸੀ ਕਿ ਸਾਡਾ ਬੱਚਾ ਅਗਰ ਸਿਲੈਕਟ ਹੋ ਕੇ ਫਾਰਨ ਕੰਟਰੀ ਚਲਾ ਗਿਆ ਖੇਲਣ ਵਾਸਤੇ, ਵਰਲਡ ਚੈਂਪੀਅਨਸ਼ਿਪ ਵਾਸਤੇ, ਅਤੇ ਸਾਡੇ ਵਾਸਤੇ ਇਹ ਕਾਫੀ ਪ੍ਰਾਊਡ ਵਾਲੀ ਗੱਲ ਹੈ। ਲੇਕਿਨ ਉਸ ਤੋਂ ਬਾਅਦ ਜਿਹੜੇ ਜਿਉਂ-ਜਿਉਂ ਟਾਈਮ ਨਜ਼ਦੀਕ ਆਇਆ ਔਰ ਇਹ ਪਹਿਲੀ ਬਾਊਟ ਵਿੱਚ ਆਇਆ, ਅਤੇ ਅਸੀਂ ਦੋਨੋਂ ਡਿਸਕਸ ਕਰ ਰਹੇ ਸੀ ਕਿ ਅਗਰ ਜਿੱਤੇ ਜਾਂ ਨਾ ਜਿੱਤੇ, ਵੀ ਫੀਲ ਪ੍ਰਾਊਡ ਕਿ ਘੱਟ ਤੋਂ ਘੱਟ ਇਹ ਵਰਲਡ ਚੈਂਪੀਅਨਸ਼ਿਪ ਖੇਡ ਰਹੇ ਨਾ। ਲੇਕਿਨ ਸਾਡੇ ਦੇਖਦਿਆਂ ਅਸੀਂ ਬੜੇ ਹੈਰਾਨ ਹੋ ਗਏ ਕਿ ਇਸ ਨੇ ਪਹਿਲਾ ਟਰਕੀ ਦਾ ਮੁੰਡਾ ਆਇਆ, ਉਸ ਨੇ ਕੋਈ 3 ਸੈਕਿੰਡ ਰਜਿਸਟ ਕੀਤਾ, ਲੇਕਿਨ ਉਸ ਤੋਂ ਬਾਅਦ ਇਮੀਡੀਏਟਲੀ ਇਸ ਨੇ ਵਾਪਸ ਲਿਆ ਕੇ ਉਸ ਨੂੰ ਮਾਰਿਆ। ਮਾਈ ਗੋਡਨੈਸ, ਆਈ ਕਾਂਟ ਐਕਸਪਲੇਨ ਕਿ ਵਾਟ ਹੈਪਨਡ ਇਨ ਆਵਰ ਹਾਰਟਸ। ਬਹੁਤ ਖੁਸ਼ੀ ਹੋਈ ਉਸ ਵੇਲੇ। ਫਿਰ ਅਸੀਂ ਕਿਹਾ ਕਿ ਚਲੋ ਕੋਈ ਡਰ ਨਹੀਂ, ਇੱਕ ਗੇਮ ਜਿੱਤ ਗਿਆ, ਇਟਸ ਵੈਰੀ ਗੁੱਡ। ਇਹਨੇ ਨੂੰ ਸੈਕਿੰਡ ਬਾਊਟ ਆ ਗਈ, ਸੈਕਿੰਡ ਦੇ ਵਿੱਚ ਇਹਨੇ ਮਿੰਟ ਨਹੀਂ ਲਗਾਇਆ, ਇਹਨੇ ਫਟੋ-ਫਟ ਉਸ ਨੂੰ ਹਰਾ ਛੱਡਿਆ। ਅਸੀਂ ਕਿਹਾ ਹੁਣ ਆ ਗਿਆ। ਔਰ ਮਜ਼ੇਦਾਰ ਗੱਲ ਹੈ ਕਿ ਇਹਦਾ ਇੱਕ ਦੋਸਤ ਬੜਾ ਨਜ਼ਦੀਕੀ ਬੈਠਾ ਸੀ। ਪਹਿਲਾ ਮੈਚ ਜਿੱਤਣ ਤੋਂ ਬਾਅਦ ਉਸਨੇ ਡਿਕਲੇਅਰ ਕਰ ਛੱਡਿਆ ਕਿ ਹੀ ਵਿਲ ਗੈਟ ਗੋਲਡ। ਮੈਂ ਕਿਹਾ ਬੇਟਾ ਤੈਨੂੰ ਕਿਸ ਤਰ੍ਹਾਂ ਪਤਾ ਹੈ? ਕਹਿੰਦਾ ਸੀ ਨਾਰਮਲੀ ਅਸੀਂ ਪ੍ਰੈਕਟਿਸ 'ਚ ਦੇਖਦੇ ਰਹਿੰਦੇ ਹਾਂ ਕਿ ਇਹਨੂੰ ਪਹਿਲਾ ਮੈਚ ਅਗਰ ਜਿੱਤ ਗਿਆ ਹੈ, ਇਹਦੇ ਅੰਦਰ ਪਤਾ ਨਹੀਂ ਕੀ ਪਾਵਰ ਆ ਜਾਂਦੀ ਹੈ ਕਿ ਉਸ ਤੋਂ ਬਾਅਦ ਇਹ ਰੁਕਦਾ ਨਹੀਂ ਹੈ ਕਿਸੇ ਕੀਮਤ ਦੇ ਉੱਪਰ ਵੀ। ਫਿਰ ਕਰਦਿਆਂ 4 ਮੈਚ ਖੇਲਿਆ, 5ਵਾਂ ਮੈਚ ਜਿਹੜਾ ਸੀ ਫਾਈਨਲ ਸੀ। ਫਾਈਨਲ ਦੇ ਵਿੱਚ ਬਿਲਕੁਲ ਹੀ ਇਸ ਨੇ ਕੋਈ ਇਹਦੇ ਫੇਸ ਦੇ ਉੱਪਰ ਘਬਰਾਹਟ ਨਹੀਂ, ਕੋਈ ਕੁਝ ਨਹੀਂ। ਔਰ ਸਭ ਤੋਂ ਅੱਛੀ ਗੱਲ ਜਿਹੜੀ ਲੱਗੀ ਹੈ ਕਿ ਟੇਬਲ 'ਤੇ ਜਾ ਕੇ ਅਤੇ ਟੇਬਲ 'ਤੇ ਇਹਦੇ ਸਿਰ ਨਵਾ ਕੇ ਇਹਨੂੰ ਰੱਬ ਨੂੰ ਯਾਦ ਕੀਤਾ ਹੈ। ਉਸ ਵੇਲੇ ਬੜਾ ਅੱਛਾ ਲੱਗਿਆ ਸਾਨੂੰ। ਅਸੀਂ ਕਿਹਾ ਹੁਣ ਇਹਦੇ ਅੰਦਰ ਪਾਵਰ ਡਬਲ ਆ ਗਈ ਹੈ। ਔਰ ਵਾਕਈ ਠੀਕ ਹੈ, ਉਸ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿਸ ਵੇਲੇ। ਔਰ ਜੋ ਇਹਦੇ ਰਿਐਕਸ਼ਨ ਜਿੱਤਣ ਤੋਂ ਬਾਅਦ ਸਨ, ਵੈਰੀ ਗੁੱਡ ਰਿਐਕਸ਼ਨ, ਵੈਰੀ ਗੁੱਡ। ਰਿਐਕਸ਼ਨ ਇੱਕ ਵਾਰ ਫਿਰ ਦਿਖਾਈ ਉਹੀ, ਉਹ ਜਿਹੜੇ ਜਿੱਤ ਵੇਲੇ ਜਿਹੜੇ ਰਿਐਕਸ਼ਨ ਸੀਗੇ ਔਰ ਜਿਹੜਾ ਉਸ ਤਰੀਕੇ ਨਾਲ ਸੀ ਉਹ ਜੋਸ਼, ਉਹ ਇੱਕ ਵਾਰ ਹੋ ਜੇ। ਦਿਖਾ ਦੇ ਤੇ ਜਿਵੇਂ ही मैं जितया तो एड्रेनालाइन रश था दिमाग में बहुत गंदा कि अच्छा ये मैंने कर दिया। तो यहाँ पे जैसे टेबल हुआ तो मैं टेबल को मारा, ਉਸੇ ਅੰਦਾਜ਼ 'ਚ ਉਹੀ ਚੀਜ਼।
फिर मैं जाते जाते करके गया था कि अभी नीचे ही हो, ठीक है अभी नीचे ही रहो थोड़ा, क्योंकि यूक्रेन की जो हमारी जो इंडिया की टीम थी ना उसमें से बहुत कम प्लेयर्स गए थे और वो यूनाइटेड भी नहीं थे, तो अलग अलग जगह पे थे। पर यूक्रेन की टीम ना पूरी देख रही थी खड़े होके, पूरा उन्होंने एनालिटिक्स करा था सेमीज के बाद कि फाइनल में कैसे हराना है। तो ना मैंने उनकी तरफ देखा था यूक्रेन की टीम के सामने, और मैं यूँ कर रहा था चलते चलते कि अभी नीचे ही रहो थोड़ा, अभी हो नीचे। ਉਹ ਜਿਹੜਾ ਤੁਸੀਂ ਇਹਨਾਂ ਨੇ ਕਿਹਾ ਕਿ ਸਿਰ ਝੁਕਾ ਕੇ, हाँ जी, ਉਹ ਕੀ ਸੀਗਾ? वो सी कि मैं वाहिगुरु जी से बहुत मतलब ऐसे हो गया था मैच से पहले तो कि अजीब से इमोशंस आ रहे थे कि रोना भी आ रहा था, खुश भी हो रहा था कि फाइनल में पहुंच गया। तो फिर मैंने बस मन को शांति देने के लिए एक बार याद करा, उसके बाद मेरा रिलैक्स माइंड हुआ और मैं स्टेज पे खड़ा हो गया। ਵਾਹਿਗੁਰੂ ਨੂੰ ਯਾਦ ਕੀਤਾ, ਹੇ ਵਾਹਿਗੁਰੂ ਅੱਜ ਦਾ ਮੈਚ ਜਿਤਾ ਦੇ। हाँ जी, ਵਾਹਿਗੁਰੂ बस ये ने बोला मैच कि आज ही जिता दो। आज ही जिता आगे तो- ਤੁਸੀਂ 16 ਸਾਲ ਦੀ ਉਮਰ ਚ ਨਾਭੇ ਤੋਂ ਆ ਗਏ, ਕਹਿੰਦੇ ਘੁੰਮਣ ਆਏ ਸੀ ਮੁੜ ਕੇ ਵਾਪਸ ਹੀ ਨਹੀਂ ਗਏ। ਮੈਂ ਮੇਰੇ ਖਿਆਲ ਇਹ ਕਿਹਨੇ ਦੱਸੇ ਇਹ ਹੁੰਦਾ ਜੀ ਘਰ ਦਾ ਪੈਂਦੀ ਲੱਗਾ ਡਾਏ। ਐਕਚੁਅਲੀ ਕੀ ਸੀ ਕਿ ਮੈਂ 16.5 ਸਾਲ ਦੀ ਉਮਰ ਦੇ ਵਿੱਚ ਮੈਟ੍ਰਿਕ ਪਾਸ ਕੀਤੀ ਨਾਭੇ ਤੋਂ। ਨਾਭੇ ਤੋਂ ਕੀਤੀ ਤੇ ਉੱਥੇ ਦਮਨ ਕਾਲਜ ਹੈ, ਬੜਾ ਮਸ਼ਹੂਰ ਕਾਲਜ ਹੈ, ਮੇਰੇ ਖਿਆਲ ਤੁਸੀਂ ਨਾਂ ਸੁਣਿਆ ਹੋਣਾ ਹੈ। ਉਹਦੇ 'ਚ ਮੈंने ਐਡਮਿਸ਼ਨ ਲੈ ਲਈ ਔਰ ਮੇਰੀਆਂ ਛੁੱਟੀਆਂ ਹੋਈਆਂ ਪਹਿਲੀਆਂ ਛੁੱਟੀਆਂ ਜਦੋਂ ਹੋਈਆਂ ਤੇ ਮੈਂ ਦਿੱਲੀ 'ਚ ਆਇਆ। ਮੈਂ ਦਿੱਲੀ ਦੀ ਜਿਹੜੀ ਚਹਿਲ ਪਹਿਲ ਦੇਖੀ, ਕਰੋੜ ਬਾਗ ਵਗੈਰਾ, ਇੱਧਰ ਅੱਗੇ ਪਿੱਛੇ ਕਨਾਟ ਪਲੇਸ ਦੇਖਿਆ। ਕਿਹੜੇ ਸਾਲ ਦੀ ਗੱਲ ਹੈ? ਇਹ 1956 1956 ਦੀ ਗੱਲ ਹੈ। ਤਾਂ ਉਸ ਤੋਂ ਬਾਅਦ ਮੈਂ ਸੋਚ ਲਿਆ ਕਿ ਮੈਂ ਵਾਪਸ ਨਹੀਂ ਜਾਣਾ ਕਿਸੇ ਕੀਮਤ ਦੇ ਉੱਪਰ। ਕਾਰਨ ਨੇ ਬੜਾ ਜ਼ੋਰ ਲਗਾਇਆ, ਮੈਂ ਨਹੀਂ ਗਿਆ ਵਾਪਸ। ਉਸ ਤੋਂ ਬਾਅਦ ਬਾਈ ਚਾਂਸ ਮੈਨੂੰ ਪਿਕਚਰਾਂ ਦੇਖਣ ਦਾ ਸ਼ੌਂਕ ਸੀ ਔਰ ਉੱਥੇ ਇੱਕ ਰੋਜ਼ ਸਿਨੇਮਾ ਨਵਾਂ ਬਣਿਆ ਸੀ। ਉਹ ਸਿਨੇਮੇ ਦੇ ਵਿੱਚ ਜਿਸ ਤਰ੍ਹਾਂ ਮਟੀਰੀਅਲ ਸਪਲਾਈ ਹੋਇਆ ਸੀ ਉਹ ਸਾਡੇ ਰਿਸ਼ਤੇਦਾਰਾਂ ਦਾ ਹੀ ਹੋਇਆ ਸੀ। ਉਹਨਾਂ ਨੇ ਫਿਰ ਮਾਲਕਾਂ ਨੂੰ ਕਿਹਾ ਕਿ ਇਹਨੂੰ 2 ਮਹੀਨੇ ਵਾਸਤੇ ਇੱਥੇ ਸਰਵਿਸ ਦੇ ਦਿਓ ਅਤੇ ਇਹਨੂੰ ਅਸੀਂ ਕਿਸੇ ਕੀਮਤ 'ਤੇ ਵਾਪਸ ਭੇਜਣਾ ਹੀ ਭੇਜਣਾ ਹੈ। ਤੈਨੂੰ ਸ਼ੌਂਕ ਬੜਾ, ਤੈਨੂੰ ਸ਼ੌਂਕ ਪੂਰਾ ਕਰ ਲੈਂਦੇ ਹੋ। ਮੈਂ 2 ਮਹੀਨੇ ਵਾਸਤੇ ਉੱਥੇ ਗਿਆ। ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ 2 ਮਹੀਨਿਆਂ ਦੇ ਵਿੱਚ ਹੀ ਅਸਿਸਟੈਂਟ ਮੈਨੇਜਰ ਬਣ ਗਿਆ ਫਰਮ ਬੁਕਿੰਗ ਕਲਰਕ ਤੋਂ। ਔਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਬਿਲਡਅਪ ਕੀਤਾ, ਪੜ੍ਹਾਈ ਕੀਤੀ, ਸਭ ਕੁਝ ਕੀਤਾ, ਟਾਈਪਿੰਗ ਕੀਤੀ, ਸ਼ਾਰਟ ਹੈਂਡ ਸਿੱਖਿਆ। ਸ਼ਾਰਟ ਹੈਂਡ ਸਿੱਖਣ ਤੋਂ ਬਾਅਦ ਪਹਿਲੀ ਇੰਟਰਵਿਊ ਦਿੱਤੀ ਸੇਲ ਟੈਕਸ ਆਫਿਸ ਦੇ ਵਿੱਚ। ਸੇਲ ਟੈਕਸ ਆਫਿਸ ਦੇ ਵਿੱਚ ਸਿਲੈਕਟ ਹੋ ਗਿਆ। ਸੇਲ ਟੈਕਸ ਕੀ ਸੀ ਕਿ 125 ਰੁਪਏ ਤਨਖਾਹ ਤੇ 125 ਰੁਪਏ ਰੋਜ਼ ਉੱਪਰੋਂ। ਉਹ ਮੈਂ ਲਾਈਕ ਨਹੀਂ ਕੀਤੇ ਬਿਲਕੁਲ, ਕਿਉਂਕਿ ਆਰਾਮ ਦੀ ਕਮਾਈ ਮੈਂ ਨਹੀਂ ਲਾਈਕ ਚਾਹੁੰਦਾ ਸੀ। ਫਿਰ ਉਸ ਤੋਂ ਬਾਅਦ ਮੈਂ ਉੱਥੋਂ ਰਿਜ਼ਾਈਨ ਕੀਤਾ। ਦੈਨ ਆਈ ਜੁਆਇਨ ਏਅਰ ਇੰਡੀਆ। ਤੁਸੀਂ ਤਾਂ 84 ਵੀ ਦੇਖਿਆ ਹੋਣਾ। 84 ਦੇ ਵਿੱਚ ਵਿਧਵਾ ਕਲੋਨੀ ਇੱਥੇ ਕਿੰਨੇ ਸਿੱਖੋ ਕਤਲ ਕਰ ਰਹੇ ਹੋ। 1947 ਵੀ ਪੂਰਾ ਦੇਖਿਆ ਹੈ। 1984 ਦੇ ਵਿੱਚ ਥੋੜ੍ਹਾ ਜਿਹਾ ਫਿਰ ਹੈਗਾ ਸੀ ਲੇਕਿਨ ਬਹੁਤ ਘੱਟ ਸੀ, ਕਿਉਂਕਿ ਇਹ ਇਲਾਕਾ ਜਿਹੜਾ ਹੈ 50-50 ਸੀ। 50% ਹਿੰਦੂ ਸਨ, 50% ਸਿੱਖ ਸਨ। ਔਰ ਹਿੰਦੂ ਵੀ ਜਿਹੜੇ ਸਨ ਉਹ ਵਿਚਾਰੇ ਕਾਫੀ ਕੋਆਪਰੇਟਿਵ ਸਨ। ਉਹ ਸਾਰੇ ਸਾਡੇ ਘਰ ਦੇ ਹੀ ਸਨ, ਆਉਂਦੇ ਜਾਂਦੇ ਸਨ ਸਾਡੇ ਘਰ ਦੇ ਵਿੱਚ। ਪਰ ਇੱਥੇ ਬਿਲਕੁਲ ਨਾਲ ਹੀ ਵਿਧਵਾ ਕਲੋਨੀ ਵੀ ਹੈ ਜਿੱਥੇ ਬਿਲਕੁਲ ਤਿਲਕ ਵਿਹਾਰ ਹੈ, ਬਿਲਕੁਲ ਸਾਡੇ ਨਾਲ ਹੀ ਹੈ। ਇਹ ਸਾਡੇ ਸਾਹਮਣੇ ਹੀ ਆਏ ਨੇ ਸਾਰੇ ਇੱਥੇ। ਉਸ ਵੇਲੇ ਤੇ ਬਹੁਤ ਡਰ ਸੀ, ਉਸ ਵੇਲੇ ਤਾਂ ਸੀ ਕਿ ਕਿਵੇਂ ਬਚੀਏ। ਬੜੇ ਮੁੰਡਿਆਂ ਨੇ ਕੇਸ ਕਟਾ ਲਏ, ਬੜੇ ਮੁੰਡਿਆਂ ਨੇ ਉਸ ਵੇਲੇ ਕੀਤਾ। ਮੇਰੇ ਆਪਣੇ ਦੋਸਤ ਸਨ ਲੇਕਿਨ ਉਹਨਾਂ 'ਚ ਕੁਝ ਲੋਕਾਂ ਨੇ ਬੈਨੀਫਿਟ ਵੀ ਉਠਾ ਲਏ। ਉਹਨਾਂ ਨੇ ਕੇਸ ਕਟਾਏ, ਕੋਈ ਅਮਰੀਕਾ ਨਿਕਲ ਗਿਆ, ਕੋਈ ਕੈਨੇਡਾ ਨਿਕਲ ਗਿਆ, ਕੋਈ ਇੰਗਲੈਂਡ ਨਿਕਲ ਗਿਆ, ਉੱਥੇ ਜਾ ਕੇ ਸੈਟਲ ਹੋ ਗਏ ਜਾ ਕੇ। ਔਰ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੈ ਵੀ ਹੈਗਾ ਸੀ ਕਾਫੀ ਸਾਰਾ। ਮੇਰਾ ਵੀ ਇੱਕ ਫਰੈਂਡ ਸੀ, ਉਹਦੇ ਬੱਚਿਆਂ ਨੇ ਵੀ ਵਾਲ ਛਾਲ ਕਟਾ ਲਏ ਸਨ, ਸਭ ਕੁਝ ਕਰ ਲਏ ਸਨ। ਉਹ ਨਾਓ ਦੇ ਆਰ ਇਨ ਅਮਰੀਕਾ। ਔਰ ਅੱਜ ਕਿੰਨਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਿੱਖਾਂ ਨੇ ਉਹ ਵੀ ਚੀਜ਼ ਦੇਖੀ ਜਦੋਂ ਲੱਗਦਾ ਸੀ ਕਿ ਪਤਾ ਨਹੀਂ ਬਚਾਂਗੇ। ਔਰ ਅੱਜ ਸਿੱਖ ਦਿੱਲੀ ਲਾਲ ਕਿਲੇ ਤੇ ਸਮਾਗਮ ਵੀ ਕਰ ਰਹੇ ਹੈ। ਮੁੰਡਾ ਜਿਹੜਾ ਵਾ ਦੋਨੋਂ ਚੀਜ਼ਾਂ ਅੱਛੀਆਂ ਲੱਗੀਆਂ ਨਾ। ਉਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਹਿੰਦੂ ਵੀ ਜਿਹੜੇ ਹੈਗੇ ਨੇ, ਕੋਈ ਐਸੀ ਗੱਲ ਨਹੀਂ ਹੈ। ਇਹ ਤਾਂ ਸਿਰਫ ਇੱਕ ਕੁਛ ਤਬਕਾ ਹੈਗਾ ਸੀ ਜਿਹੜਾ ਕਿ ਕਰਦਾ ਸੀ, ਲੁੱਟ ਮਾਰ ਕਰਦਾ ਸੀ। ਬਾਕੀ ਸਾਡੇ ਅੱਗੇ ਪਿੱਛੇ ਰਹਿਣ ਵਾਲੇ ਵੀ ਸਾਡੇ ਨਾਲ ਕਾਫੀ ਕੋਆਪਰੇਟ ਕਰਦੇ ਸਨ। ਉਹ ਵੀ ਇੱਕ ਕੌਨਫੀਡੈਂਸ ਬਿਲਡਅਪ ਹੋਇਆ ਉਹਨਾਂ ਪੀਰੀਅਡ ਦੇ ਵਿੱਚ ਜਾ ਕੇ ਕਿ ਸਾਰੇ ਕੋਈ ਕੌਮ ਵੀ ਹੈ ਗਲਤ ਨਹੀਂ ਹੈ। ਕੁਛ ਬੰਦੇ ਉਹਨਾਂ 'ਚ ਹੁੰਦੇ ਨੇ, 1000 ਦੇ ਵਿੱਚ ਇੱਕ ਅੱਧਾ ਬੰਦਾ ਗਲਤ ਹੁੰਦਾ ਹੈ। ਅਤੇ ਬਾਕੀ ਦੈਟ ਵਾਜ਼ ਅ ਟੈਰੀਫਿਕ ਪੀਰੀਅਡ। ਔਰ ਮੈਂ ਉਸ ਵੇਲੇ ਆਫਿਸ ਹੀ ਸੀ। ਮੈਂ ਆਫਿਸ ਦੇ ਵਿੱਚੋਂ ਘਰ ਆਇਆ ਔਰ ਮੈਂ ਦੇਖਿਆ ਰਸਤੇ ਦੇ ਵਿੱਚ ਥੋੜ੍ਹਾ ਬਹੁਤਾ, ਲੇਕਿਨ ਕਿਉਂਕਿ ਮੇਰੀ ਆਫੀਸ਼ੀਅਲ ਬੱਸ ਸੀ ਮੈਂ ਨਿਕਲ ਆਇਆ। ਉਸ ਤੋਂ ਬਾਅਦ ਜਿਹੜੇ ਚੌਕ 'ਚ ਆਇਆ ਤਾਂ ਮੈਨੂੰ ਡਰਾਈਵਰ ਕਹਿਣ ਲੱਗਾ, ਕਹਿੰਦਾ ਘਰ ਚਲੇ ਜਾਓਗੇ? ਮੈਂ ਕਿਹਾ ਹਾਂ ਬਿਲਕੁਲ। ਮੈਂ ਕਿਹਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਔਰ ਇੱਥੇ
ਮੇਰੇ ਘਰ ਤੱਕ ਜਿਤਨਾ ਵੀ ਰਸਤਾ ਹੈ ਸਾਰੇ ਅੱਗੇ ਪਿੱਛੇ ਮੇਰੇ ਜਾਣੂ ਪਛਾਣੂ ਨੇ, ਕੋਈ ਵੈਸਾ ਨਹੀਂ ਹੋਇਆ ਔਰ ਮੈਂ ਆਰਾਮ ਨਾਲ ਘਰ ਆ ਗਿਆ ਉਸ ਤੋਂ ਬਾਅਦ। ਕਹਿੰਦੇ ਪਰਵਰਿਸ਼ ਬੜੀ ਮਾਇਨੇ ਰੱਖਦੀ ਹੈ। ਤੁਹਾਡੀ ਪਰਵਰਿਸ਼ ਇਦਾਂ ਦੀ ਸੀ ਕਿ ਪਹਿਲਾਂ ਬੇਟਾ ਪੂਰਾ ਸਿੱਖੀ ਸਰੂਪ 'ਚ, ਕੇਸ ਨਹੀਂ ਕਟਾਏ, ਦਾੜੀ ਜਿਹੜੀ ਹੈ, ਔਰ ਇਹੀ ਪਰਵਰਿਸ਼ ਜਿਹੜੀ ਹੈ ਪੋਤੇ 'ਚ ਨਜ਼ਰ ਆ ਰਹੀ ਹੈ। ਸਾਡੇ ਖਾਨਦਾਨ ਦੇ ਵਿੱਚ ਐਕਚੁਅਲੀ ਸਿੱਖੀਜ਼ਮ ਹੈ, ਲੇਕਿਨ ਐਟ ਦੀ ਸੇਮ ਟਾਈਮ ਅਸੀਂ ਸੈਕੂਲਰ ਵੀ ਬਹੁਤ ਜ਼ਿਆਦਾ ਹਾਂ। ਮੈਂ ਅਗਰ 100-200 ਗੁਰਦੁਆਰਾ ਵਿਜ਼ਿਟ ਕੀਤਾ, ਮੈਂ ਕੋਈ ਵੀ ਇੰਡੀਆ ਦਾ ਗੁਰਦੁਆਰਾ ਨਹੀਂ ਛੱਡਿਆ, ਤੇ ਮੈਂ ਕੋਈ ਵੀ ਇੰਡੀਆ ਦੇ ਵਿੱਚ ਮੰਦਿਰ ਵੀ ਨਹੀਂ ਛੱਡਿਆ। ਮੈਂ ਸਾਰੇ ਮੰਦਰਾਂ 'ਚ ਗਿਆ ਹਾਂ, ਰਾਈਟ ਫਰੋਮ ਸ੍ਰੀਨਗਰ, ਸ਼ੰਕਰਾਚਾਰਿਆ, ਉਸ ਤੋਂ ਬਾਅਦ ਵੈਸ਼ਨੋ ਦੇਵੀ, ਉਸ ਤੋਂ ਬਾਅਦ ਅਗਰ ਮੈਂ ਸ਼ਿਮਲੇ ਗਿਆ ਤਾਂ ਮੈਂ ਕਮੱਖਿਆ ਤੱਕ ਵੀ ਗਿਆ ਹਾਂ ਗੁਹਾਟੀ ਦੇ ਵਿੱਚ। ਸੋ ਮੈਂ ਕੋਈ ਸਾਊਥ ਦੇ ਸਾਰੇ ਟੈਂਪਲ ਮੈਂ ਦੇਖੇ ਨੇ ਜਿਤਨੇ ਵੀ ਆਏ ਨੇ, ਗੋਆ ਦੇ ਟੈਂਪਲ ਵੀ ਦੇਖੇ ਨੇ। ਰੱਬ ਦਾ ਇੱਕ ਹੀ ਹੈ, ਰੱਬ ਦਾ ਇੱਕ ਹੀ ਹੈ, ਲੋਕਾਂ ਨੇ ਵੰਡਤਾ। ਬਿਲਕੁਲ ਜੀ, ਰੱਬ ਇੱਕੋ ਹੀ ਹੈ ਜੀ, ਇਹਦੀ ਕੋਈ ਡਾਊਟ ਵਾਲੀ ਗੱਲ ਨਹੀਂ। ਔਰ ਦੂਸਰਾ ਸਾਰੀਆਂ ਕਮਿਊਨਿਟੀ ਅੱਛੀਆਂ ਨੇ, ਇਨਕਲੂਡਿੰਗ ਮੁਸਲਿਮਸ। ਅਗਰ ਮੁਸਲਿਮ ਦੇ ਵਿੱਚ ਅੱਛੇ ਨਾ ਹੁੰਦੇ ਤਾਂ ਅਸੀਂ ਪਾਕਿਸਤਾਨ 'ਚੋਂ ਬਚ ਕੇ ਨਹੀਂ ਆ ਸਕਦੇ ਸੀ। ਬਾਕੀ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਅੱਧਾ ਸਾਰੀਆਂ ਕੌਮਾਂ ਦੇ ਵਿੱਚ ਹੈ ਜਿਹੜਾ ਕਿ ਥੋੜ੍ਹਾ ਬਹੁਤਾ ਕਰਦਾ ਹੈ। ਬਾਕੀ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੇਰੇ ਸਾਰੇ ਦੋਸਤ ਹਿੰਦੂ ਸਨ, ਸਾਰੇ ਦੋਸਤ ਖਾਣ ਪੀਣ ਵਾਲੇ, ਅਸੀਂ ਘਰ ਇਕੱਠੇ ਬੈਠਦੇ ਸਾਰੇ ਹਿੰਦੂ ਸਨ, ਲੇਕਿਨ ਸਾਡੇ ਚੋਚੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ, ਮਾਂ ਦੀ ਖੁਸ਼ੀ ਨਹੀਂ ਰੁਕਦੀ। ਔਰ ਮਾਂ ਨੂੰ ਸਭ ਤੋਂ ਵੱਧ ਡਰ ਵੀ ਹੁੰਦਾ ਕਿ ਪੁੱਤ ਦੇ ਸੱਟ ਨਾ ਲੱਗ ਜੇ, ਪੁੱਤ ਜ਼ਖਮੀ ਨਾ ਹੋ ਜਾਏ, ਫੱਟੜ ਨਾ ਹੋ ਜਾਏ। ਤੁਸੀਂ ਤਾਂ ਟੀਚਰ ਵੀ ਹੋ, ਔਰ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਮੁੰਡਾ ਪਰਾਂਠੇ ਵੀ ਖਾ ਲੇ, ਛੋਲੇ ਭਟੂਰੇ ਵੀ ਖਾ ਲੇ। ਉਹ ਕਹਿੰਦਾ ਮੈਂ ਬੋਇਲ ਚਿਕਨ ਤੋਂ ਇਲਾਵਾ ਕੁਝ ਖਾਂਦਾ ਨਹੀਂ। ਮਾਂ ਲਈ ਤਾਂ ਬੜਾ ਔਖਾ ਹੋ ਜਾਂਦਾ ਹੈ ਕਿ ਮੈਂ ਤਾਂ ਪਰੌਂਠੇ ਬਣਾਏ, ਛੋਲੇ ਭਟੂਰੇ ਬਣਾਏ, ਖਾ ਹੀ ਨਹੀਂ ਰਿਹਾ ਕੁਝ। ਆ ਫੜ ਲਓ। Yeah, sure. Actually, English ਵਿੱਚ ਇੱਕ phrase ਹੈਗਾ, there are sometimes no words for good deeds. ਜੋ ਕਰਮ ਬੱਚੇ ਨੇ ਕਰਨੇ ਹੁੰਦੇ ਨੇ ਨਾ, no doubt parental background is must, but ਵਾਹਿਗੁਰੂ ਦੀ ਮਿਹਰ ਤੋਂ he is always on the top. ਮੇਰਾ ਮੇਨ ਕੰਮ ਇਹ ਹੁੰਦਾ ਐਜ਼ ਅ ਮਦਰ ਕਿ ਇਹਦੇ ਉਹ 24 ਆਵਰਸ ਨੂੰ ਕਿੰਚ ਮੈਂ ਉਹਨੂੰ ਡਿਵਾਈਡ ਕਰਨਾ ਹੈ, ਫॉर ਸਟੱਡੀਜ਼, ਫॉर ਹਿਸ ਜਿਮ, ਫॉर ਹਿਸ ਡਾਈਟ, ਐਂਡ ਲਾਸਟਲੀ ਫॉर ਆਲ ਹਿਸ ਪ੍ਰੈਕਟਿਸਿਸ ਐਂਡ ਸਕੂਲਿੰਗ। ਮੇਰਾ ਮੇਨ ਫੋਕਸ ਇਹ ਹੀ ਹੁੰਦਾ ਕਿ ਮੈਂ ਉਹਨੂੰ ਕਿੰਚ ਡਿਵਾਈਡ ਕਰਨਾ ਹੈ 24 ਆਵਰਸ ਨੂੰ ਫॉर ਹਿਮ। ਪਾਠ ਵੀ ਤੁਸੀਂ ਸਿਖਾਉਂਦੇ ਹੋ? ਪਾਠ ਐਕਚੁਅਲੀ ਇਹਦੇ ਦਾਦਾ ਜੀ ਜ਼ਿਆਦਾ ਸਿਖਾਉਂਦੇ ਨੇ, ਵੈਰੀ ਟਰੂਲੀ ਸਪੀਕਿੰਗ। ਔਰ ਕਿੰਨਾ ਪ੍ਰਾਊਡ ਫੀਲ ਹੁੰਦਾ ਜਦੋਂ ਜਿੱਤ ਕੇ ਆਇਆ? ਪਹਿਲਾਂ ਤਾਂ ਬਹੁਤ ਡਰ ਸੀਗਾ ਕਿ ਇੰਜਰੀ ਨਾ ਹੋ ਜਾਏ ਜਾਂ ਕੁਝ ਨਾ ਹੋ ਜਾਏ। ਬਿਲਕੁਲ ਉਹ ਹੁੰਦਾ ਬਿਕੋਜ਼ ਲਿਗਾਮੈਂਟਸ ਐਂਡ ਮਸਲਸ ਬੇਸਿਕਲੀ ਇਫੈਕਟ ਹੁੰਦੇ ਨੇ। ਹੁਣੇ ਵੀ ਕਦੀ ਕੁਝ ਕਰਕੇ ਆਂਦਾ ਹੈ, ਡੇ ਬਿਫੋਰ ਯੈਸਟਰਡੇ ਜਿੰਜ ਇਹਦੀ ਸਵੈਲਡ ਅਪ ਸੀ ਤੇ 2 ਦਿਨ ਮੈਂ ਲਗਾਤਾਰ ਇਹਦੀ ਕਰਦੀ ਰਹੀ ਹਾਂ ਜੋ ਮੈਂ ਕਰ ਸਕਦੀ ਸੀ ਇਹਦੇ ਵਾਸਤੇ। ਬਟ ਦੈਟ ਵਾਸ ਦੀ ਆਈ ਥਿੰਕ ਬੈਸਟ ਪ੍ਰਾਊਡ ਮੋਮੈਂਟ। ਕਹਿੰਦੇ ਨੇ ਮਾਂ ਉਹ ਦਰਦਾਂ ਤੋਂ ਨਿਕਲਦੀ ਹੈ ਬੱਚੇ ਨੂੰ ਜੰਮਦੇ ਹੋਏ, ਆਈ ਥਿੰਕ ਉਹ ਦਰਦਾਂ ਵੀ ਭੁੱਲ ਜਾਂਦੀ ਜਦੋਂ ਇਹਦਾ ਪੁੱਤ ਪੈਦਾ ਹੁੰਦਾ ਹੈ। ਦੈਟਸ ਆਲ। ਉਸ ਮੂਮੈਂਟ ਬਾਰੇ ਦੱਸੋ ਜਦੋਂ ਚੈਂਪੀਅਨਸ਼ਿਪ ਜਿੱਤੀ, ਵਰਲਡ ਚੈਂਪੀਅਨਸ਼ਿਪ ਜਦੋਂ ਇਹ championship- ਤੁਸੀਂ ਕਿੱਥੇ ਸੀਗੇ? ਤੁਸੀਂ ਮੈਨੂੰ ਲੱਗਦਾ ਪਾਠ ਕਰਦੇ ਹੋਵੋਗੇ, ਅਰਦਾਸ ਕਰ ਰਹੇ ਹੋਵੋਗੇ ਕਿ ਰੱਬਾ ਅੱਜ ਸੁਣ ਲੈ, ਵਾਹਿਗੁਰੂ ਅੱਜ ਸੁਣ ਲੈ। सुबह वो गुरुद्वारे गए थे मेरे मैच के जस्ट पहले, वो गुरुद्वारे गए थे। ਜਦੋਂ ਇਹ ਜਿੱਤੇ ਜਦੋਂ ਇਹਦਾ ਫਸਟ ਮੈਚ ਤੋਂ ਲੈ ਕੇ ਲਾਸਟ ਤੱਕ ਮੈਂ ਚੁਪਈ ਸਾਹਿਬ ਬੋਲਦੇ ਰਹੀ ਹਾਂ। ਮੇਰੇ ਕਈ ਵਾਰੀ ਹਸਬੈਂਡ ਨੇ, ਮੈਂ ਆਪਣੀ ਪਰਸਨਲ ਫੋਨ ਤੋਂ ਵੀ ਰਿਕਾਰਡਿੰਗਸ ਕਰ ਰਹੀ ਸੀ ਲਾਈਵ, ਤੇ ਇਹਨਾਂ ਨੇ ਇਹ ਪੁੱਛਿਆ, ਰਣਬੀਰ ਨੇ ਪੁੱਛਿਆ, ਨਵਲੀਨ ਤੂੰ ਪਾਠ ਕਰਦੀ ਪਈ ਸੀ? ਮੈਂ ਕਿਹਾ ਹਾਂ ਯਾਰ ਮੈਂ ਪਾਠ ਕਰਦੀ ਪਈ ਸੀ, ਕਿਉਂਕਿ ਮੈਨੂੰ ਉਹ ਰੱਬ ਨੇ ਹੀ ਸਭ ਕੁਝ ਕਰਾਉਣਾ ਸੀ। ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ, ਮੇਰਾ ਮੰਨਣਾ ਹੈਗਾ। ਤੇ ਬੱਚੇ ਦਾ ਵਾਕਈ ਉਹ ਬਹੁਤ ਪ੍ਰਾਊਡ ਮੋਮੈਂਟ ਸੀ। ਆਈ ਥਿੰਕ ਉਹਨਾਂ ਅਸੀਂ ਖੁਸ਼ੀ ਤੋਂ ਜ਼ਿਆਦਾ ਸ਼ਾਇਦ ਰੋਈ ਸੀ ਮੈਂ, ਸੀਰੀਅਸਲੀ। ਮੈਂ ਕਹਿੰਦਾ ਮੂਵਮੈਂਟ ਇੱਕ ਵਾਰ ਫੇਰ ਹੋ ਜਾਏ ਜਿਸ ਤਰੀਕੇ ਨਾਲ ਜਸ਼ਨ ਜਾਂ ਭੰਗੜਾ ਪਿਆ ਜਿਹੜਾ ਸੀ ਉਹ ਉਸੇ ਅੰਦਾਜ਼ ਤੁਸੀਂ ਕਹਿ ਰਹੇ ਹੋ ਕਿ ਇਹ ਮੂਮੈਂਟ ਫਿਰ ਹੋ ਜਾਏ, ਰੋ ਗਿਆ। ਹਾਂ ਉਹ ਮੈਂ ਰੋ ਸਕਦੀ ਹਾਂ ਹੁਣੇ ਵੀ। ਉਹ ਮੂਵਮੈਂਟ ਨਹੀਂ, ਜਦੋਂ ਉਹ ਜਿੱਤੇ ਉਹ ਕਿਸ ਤਰੀਕੇ ਦੀ, ਉਸੇ ਤਰੀਕੇ ਨਾਲ ਅਗਰ ਤੁਸੀਂ ਕਰ ਉਹ ਅਸੀਂ ਮੈਂ ਸਭ ਤੋਂ ਪਹਿਲੇ ਡੈਡੀ ਨੂੰ ਜੱਫੀ ਪਾਈ ਸੀ ਕਿਉਂਕਿ ਇਹਨਾਂ ਨੇ ਹਾਂ ਸ਼ੋਰ ਡੈਫੀਨੇਟਲੀ ਦਾਦੂ ਮੈਂ ਉੱਠ ਜਾਓ। ਡੈਡੀ ਕੋਲ ਗਈ ਸੀ ਸਭ ਤੋਂ ਪਹਿਲੇ। ਦਾਦੂ। ਮੈਂ ਕਿਹਾ ਡੈਡੀ ਅੱਜ ਤੁਹਾਡਾ ਪੁੱਤਰ ਜਿੱਤ ਗਿਆ। ਉਹਦੇ ਬਾਅਦ ਵੀ ਹਗਡ ਈਚ ਅਦਰ। ਤੁਸੀਂ ਫਿਰ ਮੈਂ ਰੱਬ ਨੂੰ ਸ਼ੁਕਰਾਨਾ ਕੀਤਾ। ਸਾਡੇ ਟੀਵੀ ਦੇ ਉੱਪਰ ਚੱਲ ਰਿਹਾ ਸੀ YouTube, ਜਿਸ ਨੇ ਪੰਜਵਾਂ ਜਿੱਤਿਆ, ਮਾਈਕ ਥੋੜਾ ਜਿਹਾ ਦੇ ਇੱਧਰ ਕਰ। ਮੇਰੀ ਉਮਰ ਜਿਹੜੀ ਹੈ 86 ਹੈ, 86 ਪਲੱਸ ਸੀ। ਮੈਂ ਵੀ ਇਸ ਤਰ੍ਹਾਂ ਉੱਠਿਆ, ਉਸੇ ਅੰਦਾਜ਼ ਹੋ ਜੇ, ਉਸੇ ਅੰਦਾਜ਼ ਚ ਜਿੱਤ ਲਓ ਐ ਦਿਖਾਣਾ ਬਣਾ ਜੀ। ਉਹ ਜਿੱਤ ਗਿਆ, ਉਹ ਸਾਡਾ ਸ਼ੇਰ ਜਿੱਤ ਗਿਆ, ਜਿੱਤ ਗਿਆ, ਜਿੱਤ ਗਿਆ। ਤੇ ਫਾਦਰ ਦੀ ਮੂਵਮੈਂਟ ਉਹ ਉਸੇ ਮੂਵਮੈਂਟ ਚ ਹੋ ਜੇ।
ਮੈਂ ਤੇ ਬਸ ਖੜਾ ਹੋਇਆ ਸੀ ਜੀ ਤੇ ਉਹ ਡੈਡੀ ਨੂੰ ਬਲੇ ਹੱਕ ਕਿਤੇ ਜਾ ਕੇ ਬੱਚਾ ਦੇ ਕੋਲ ਸੀ ਨਹੀਂ ਉਸ ਟਾਈਮ ਦੋਨੋਂ ਮੀਆਂ ਵੀ ਹੈਗੇ ਸੀ ਅਸੀਂ ਤੇ ਦੀ ਮੰਮੀ ਦੀ ਮਿਲੇ ਫੋਟੋ ਜਿੱਥੇ ਹੈਗੀ ਹੈ, ਉਹਨਾਂ ਫਿਰ ਨੇ ਅਸੀਂ ਸ਼ੁਕਰਾਨਾ ਦਾਦੀ ਦੀ ਫੋਟੋ ਕਰਨ ਪਿੱਛੇ ਦੋਨੋਂ ਹੀ ਹੈ ਗਏ। ਬਾਬਾ ਦੀ ਫੋਟੋ ਨਾਲ ਲੱਗੀ ਹੈ ਉੱਥੇ ਸ਼ੁਕਰਾਨਾ ਕੀਤਾ ਜਾ ਕੇ ਕਿਉਂਕਿ ਪਹਿਲੇ ਉੱਥੇ ਅਰਦਾਸਾਂ ਕੀਤੀਆਂ ਕਿ ਬੱਚੇ ਨੂੰ ਇੱਕ ਹੀ ਮੈਚ ਜਿਤਾ ਦਿਓ ਖੁਸ਼ ਹੋ ਜਾਏਗਾ ਕਿ ਮੈਂ ਬਾਹਰ ਗਿਆ ਸੀ ਜਿੱਤ ਕੇ ਆ ਗਿਆ ਸੰਗ ਹੀ ਪਤਾ ਹੈ ਤੇ ਲੜੀ ਲਾ ਲੈਣੀ ਇਹਨੇ Actually ਅਸੀਂ ਤੇ ਸਿਰਫ ਚਾਹੁੰਦੇ ਸੀ ਕਿ ਇੱਕ ਦਾ ਮੈਚ ਹੀ ਜਿੱਤ ਜਾਏ ਕਿਉਂਕਿ ਸਾਡਾ ਮੋਸਟਲੀ ਤੇ ਹੀ ਸੀ ਮੈਂ ਕਹਿੰਦਾ ਅੱਜ ਤਾਂ ਮੁੰਡਾ ਵੀ ਹੈਗਾ ਉਹ ਜਿਹੜਾ ਇੱਕ ਸਟਾਈਲ ਵੀ ਹੈ ਨਾ ਉਹ ਵੀ ਪੰਜਾਬੀ ਆ ਗਏ ਉਸੇ ਅੰਦਾਜ਼ 'ਚ ਜੇ ਤੁਸੀਂ ਕਰ ਸਕੋ ਆ ਜਾਓ ਜਸ਼ਨ ਉਸੇ ਤਰੀਕੇ ਦਾ ਭੰਗੜੇ ਵਾਲਾ ਜਸ਼ਨ ਬਿਨਾ 뮤직 ਤੋਂ ਔਰ ਉਸੇ ਅੰਦਾਜ਼ ਵਿੱਚ ਨਾਲ ਰਾਜਵੀਰ ਰਾਜਾ ਵੀ ਅੱਜ ਤਾਂ ਉਸ ਦਿਨ ਤੇ ਨਹੀਂ ਸੀਗੇ ਨਾਲ ਉਸੇ ਅੰਦਾਜ਼ 'ਚ ਜਿਹੜੀ ਜਸ਼ਨ ਜਾਂ ਭੰਗੜਾ ਪੈਣਾ ਚਾਹੀਦਾ ਦਾਦਾ ਜੀ ਤੋਂ ਸ਼ੁਰੂ ਹੋਣਾ ਚਾਹੀਦਾ ਉਹ ਜਿੱਤ ਗਿਆ ਸਾਡਾ ਸ਼ੇਰ ਮਜ਼ਾ ਆ ਗਿਆ ਆ ਗਏ ਪੰਜਾਬੀ ਛਾ ਗਏ ਤਾਂ ਇਹ ਪਰਿਵਾਰ ਲਈ ਬੇहद ਖੁਸ਼ੀ ਵਾਲਾ ਮੂਮੈਂਟ ਹੁੰਦਾ ਜਦੋਂ 14 ਸਾਲ ਦਾ ਮੁੰਡਾ ਦੁਨੀਆ ਤੇ ਰਾਜ ਕਰੇ ਔਰ ਆਪਣੇ ਪੰਜੇ ਦੇ ਨਾਲ ਦੁਨੀਆ ਤੇ ਹਕੂਮਤ ਕਰੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਬਲੀਵ ਨਹੀਂ ਕਰ ਅੱਜ ਵੀ ਬਲੀਵ ਨਹੀਂ ਹੁੰਦਾ ਕਿ ਸਾਡਾ ਪੋਤਰਾ ਜਿਹੜਾ ਹੈ ਇਜ਼ ਅ ਵਰਲਡ ਚੈਂਪੀਅਨ ਕੱਲ ਮੈਂ ਗੁਰਦੁਆਰੇ ਗਿਆ ਤੇ ਸਾਡੇ ਰਾਗੀ ਸਿੰਘ ਸਨ ਉਹ ਅਮਰੀਕਾ ਤੋਂ ਵਾਪਸ ਆਏ ਸਨ ਤੋਂ ਆਉਂਦਿਆਂ ਸਾਰ ਮੈਨੂੰ ਮੁਬਾਰਕ ਦਿੱਤੀ ਮੁਬਾਰਕ ਦੇਣ ਤੋਂ ਬਾਅਦ ਕਹਿੰਦੇ ਨੇ ਨੰਦਾ ਸਾਹਿਬ ਤੁਹਾਡਾ ਪੋਤਰਾ ਵਰਲਡ ਚੈਂਪੀਅਨ ਬਣ ਗਿਆ ਮੈਂ ਕਿਹਾ ਦੇ ਪਰਮਾਤਮਾ ਦੀ ਕਿਰਪਾ ਹੈ ਸੋ ਇਸ ਕਰਕੇ ਸਿੰਘ ਸਾਹਿਬ ਤਾਂ ਛਾ ਕੇ ਪੂਰੇ ਹੈ ਅਸੀਂ ਨਹੀਂ ਕਹਿ ਸਕਦੇ ਕੁਝ ਵੀ ਉਹ ਬਿਆਨ ਹੀ ਨਹੀਂ ਕਰ ਸਕਦੇ ਉਹ ਪੀਰੀਅਡ ਹੀ ਕਿਹੜਾ ਸੀ ਨੋ ਵੀ ਕਾਂਟ ਟੈਲ ਐਕਚੁਅਲੀ ਵੀ ਕਾਂਟ ਐਂਡ ਪਰਮਾਤਮਾ ਹਰ ਕਿਸੇ ਨੂੰ ਤਰੱਕੀ ਦੇ ਜੀ ਬੱਚਿਆਂ ਨੂੰ ਤਰੱਕੀ ਦੇਵੇ ਆਪਣੀ ਮਿਹਨਤ ਕਰਨ ਸੋਹਣੇ ਪੜ੍ਹਾਈ ਵੀ ਕਰਨ ਹਰ ਚੀਜ਼ ਹੈ ਤੇ ਹਰ ਬੱਚੇ ਨੂੰ ਪੜ੍ਹਾਈ 'ਚ ਫਿਰ ਥੋੜਾ ਜਿਹਾ ਢਿੱਲ ਦਿੰਦੇ ਹੋ ਜਾਂ ਨਹੀਂ ਦਿੰਦੇ ਡਾਊਨ ਹੋ ਗਏ अब देनी पड़ती है। ਨਹੀਂ ਫਰਕ ਪੈ ਜਾਂਦਾ ਹੈ ਬਿਕੋਜ਼ ਟਾਈਮ ਡਾਇਵਰਜਨ ਹੋ ਬਹੁਤ time ਜਾਂਦੀ ਹੈ divert ਹੋ ਨਾ ਗਿਆ। ਤੁਸੀਂ ਇਹ ਸੋਚੋਗੇ ਅੱਜ ਹੁਣ ਮਿਲਿਆ ਨਾ ਇਹ ਸਵੇਰੇ ਉੱਠਿਆ ਤੇ ਸਕੂਲ ਗਿਆ ਤਾਂ ਬਾਏ ਕਰਕੇ ਗਿਆ ਉਸ ਤੋਂ ਬਾਅਦ ਹੁਣ ਮਿਲਿਆ ਮੈਨੂੰ ਪੜ੍ਹਦਾ ਹੀ ਰਿਹਾ ਸੋ ਪੜ੍ਹਦਾ ਅੱਗੇ ਤਾਂ ਹੁੰਦਾ ਨਾ ਕਿ ਮੁੰਡਾ ਇੰਜੀਨੀਅਰ ਬਣੇ ਡਾਕਟਰ ਬਣੇ ਹੁਣ ਤਾਂ ਜਦੋਂ ਦੁਨੀਆ 'ਚ ਇਦਾਂ ਹੋਵੇ ਤਾਂ ਬੰਦਾ ਕਹਿੰਦਾ ਕਿ ਨਹੀਂ ਇੰਜੀਨੀਅਰ ਡਾਕਟਰ ਪੜ੍ਹਾਈ 'ਚ ਥੋੜਾ ਜਿਹਾ ਘੱਟ ਹੋਇਆ ਪਰ ਜਿਮ ਪੂਰਾ ਹਾਂ ਬਟ ਬੇਸਿਕ ਨੌਲੇਜ ਐਂਡ ਐਜੂਕੇਸ਼ਨ ਇਜ਼ ਮਸਟ ਇਹ ਮੈਂ ਜ਼ਰੂਰ ਪੜ੍ਹਾਈ ਬਹੁਤ ਜ਼ਰੂਰੀ ਹੈ ਲਾਈਫ ਦੇ ਅੰਦਰ ਸਾਈਮਲਟੇਨੀਅਸਲੀ ਬੈਲੈਂਸ ਬੇਸਿਕ ਚੀਜ਼ਾਂ ਖੜਾ ਹੋਣਾ ਸੋਸਾਇਟੀ ਅੰਦਰ ਪੜ੍ਹਾਈ ਮਸਟ ਪੜ੍ਹਾਈ ਮਸਟ ਹੈਗੀ ਸੋਸਾਇਟੀ ਨੂੰ ਫੇਸ ਕਰਨ ਵਾਸਤੇ ਵੀ ਪੜ੍ਹਾਈ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਿੱਧੂ ਦੇ ਨਾਲ ਪੰਕਜ ਭਾਈ ਪੰਜਾਬ ਫਸਟ ਵੌਇਸ